अपील की है सरकार नूं, नाल अपील की है प्रशासन नूं। उन्होंने कहा है कि विसाखी तो पहला एक भै वाला माहौल ना बनाया जाए, लोग शांति दे नाल ही गुरु घर आउण, इत्थे आके नतमस्तक होण। अकाल तख्त दे जथेदार वालों उचेचे तौर पर गल कही गई है कि साडे जिहड़े धार्मिक तिहार है, जिहड़े दिवस हैगे वो मनाउणा साडा अधिकार है। विसाखी का मौका है, विसाखी का पवित्र दिहाड़ा जिद्दां आपां गल कर रहे हैं कि खालसा का साजना दिवस है, उस मौके के उत्ते भी तुसीं इहो जिहा माहौल बना रहे हो भी पता नहीं दमदमा साहब आएगा, कोई की ऐलान होएगा, किदां दीयां गल्लां होणगीਆਂ। तुहानूं इहो जिहा जिहड़ा गलत प्रोपेगेंडा प्रचार है वो गुमराहकुन प्रचार नहीं करना चाहिए। महाराज रणजीत सिंह के समय दियां सरकारां दे जिहड़े उस तरह के निशान है, सिख पंथ के निशान है, तुसीं उन्हां निशानियां नूं, उन्हां विरासत दीयां निशानियां नूं इस ढंग नाल पेश करदे हो कि जी पता नहीं ये देखो जी असीं तां खालिस्तान बनाउण जा रहे सी, उन्हां दी निशानियां फड़ लईआं, उहदे झंडे बन रहे आ, ये हो रहा वो हो रहा। तुसीं पंजाब नूं बदनाम ना करो, तुसीं खुद भी बदनाम होवोगे। और इदां दी कोई गल नहीं है कि जिहदे नाल तुसीं कहो कि इत्थे इदां दीयां फोर्सेस लाउण दी लोड़ है, पता नहीं की होण जा रहा है। अकाल तख्त दे जथेदार ने की कहा, उन्हें कहा जे साडी तुसीं आवाज़ दबाउण दी कोशिश करोगे पंजाब विच तां असीं कहंदे बंगाल च जावांगे, असीं गुजरात च जावांगे, असीं बिहार च जावांगे। जानी उन्हां दा कहण दा भाव सी कि सारा हिंदुस्तान साडा है। लोकां दीयां फसलां बर्बाद हो गईयां ने, पानी भर गया, कणकां किस तरीके दे नाल खेतां दे विच विछ गईयां। पंजाब दे एक हिस्से तो लैके दूजे हिस्से तक सारे पंजाब च ही नुकसान होया। इन्ना वड्डा नुकसान कुछ किसान ये कह रहे हैं कि भी ਜਦੋਂ ਅਸੀਂ ਆਪਣੇ ਖੇਤਾਂ 'ਚ ਜਾ ਕੇ ਕਈਆਂ ਨੇ ਦੇਖਿਆ ਤਾਂ ਉਹਨਾਂ ਦੀ ਫਸਲ ਇਸ ਕਦਰ ਜਿਹੜੀ ਟੁੱਟ ਚੁੱਕੀ ਸੀ ਜਿਵੇਂ ਕੰਬਾਈਨ ਲੰਗੀ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੰਨੇ ਕੁ ਮੁਆਵਜ਼ੇ ਨਾਲ ਜਿੱਦਾਂ ਆਪਾਂ ਦੇਖਦੇ ਹਾਂ ਕਿ ਜੇ 75% ਤੋਂ ਉੱਪਰ ਨੁਕਸਾਨ ਹੈ ਤਾਂ ਕਹਿੰਦੇ 15,000, ਉਸ ਤੋਂ ਘੱਟ ਹੈਗਾ ਤਾਂ ਉਹਦੇ 'ਚ ਜਿਹੜਾ ਅੱਗੇ ਪਹਿਲਾਂ 6500 ਸੀਗਾ, ਕਿੰਨਾ ਸੀ ਹੁਣ ਥੋੜ੍ਹਾ ਬਹੁਤਾ ਵਧਾ ਕੇ ਹੋਰ ਜਾਣੇ ਅੰਦਾਜ਼ਨ 7,000 ਤੋਂ ਘੱਟ ਹੁਣ ਜਿਹੜਾ ਹੈਗਾ ਆਸ-ਪਾਸ ਮਿਲੇਗਾ। ਸੋ ਉਹ ਵੀ ਜਿਹੜਾ ਹੈਗਾ ਗਿਰਦਾਵਰੀ ਤੋਂ ਬਾਅਦ ਸਪਸ਼ਟ ਹੋਏਗਾ ਕਿ ਕਿਸ ਨੂੰ ਮਿਲਦਾ ਕਿਸ ਨੂੰ ਨਹੀਂ ਮਿਲਦਾ। ਜੇ ਇਹ ਰਿਲੈਕਸੇਸ਼ਨ ਨਾ ਦਿੱਤੀ ਫਿਰ ਮੰਡੀਆਂ 'ਚ ਵੀ ਵੱਡੀ ਪੱਧਰ ਤੇ ਰੌਲੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਿਸਾਨਾਂ ਦੇ ਪੱਲੇ ਕੀ ਹੈ, ਕਿਸਾਨ ਤਾਂ ਫਿਰ ਪ੍ਰੋਟੈਸਟ ਹੀ ਕਰਨਗੇ ਨਾ। ਕੇਂਦਰ ਸਰਕਾਰ ਵੱਲੋਂ ਫਸਲੀ ਬੀਮਾ ਯੋਜਨਾ ਲਾਗੂ ਵੀ ਕੀਤੀ ਗਈ, ਪਰ ਉਹ ਇੰਨੀ ਨੁਕਸਦਾਰ ਹੈ कि ਈਵਨ ਜਿਹੜੇ ਭਾਜਪਾ ਨਾਲ ਸੰਬੰਧਿਤ ਕਈ ਰਾਜ ਹੈ ਉਹਨਾਂ ਨੇ ਵੀ ਉਹਨੂੰ ਲਾਗੂ ਕਰਨ ਤੋਂ ਬਾਅਦ ਬੰਦ ਕਰ ਦਿੱਤਾ। ਪ੍ਰਧਾਨ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਸੀਗੇ ਕਿ ਅਸੀਂ ਕੀ ਗਲਤ ਗੱਲ ਪੁੱਛ ਰਹੇ ਹਾਂ, ਅਸੀਂ ਇਹੀ ਪੁੱਛ ਰਹੇ ਹਾਂ ਕਿ ਪ੍ਰਧਾਨ ਮੰਤਰੀ ਆਪਣੀ ਡਿਗਰੀ ਤਾਂ ਦੱਸੇ, ਯੋਗਤਾ ਤਾਂ ਦੱਸੇ ਕਿ ਯੋਗਤਾ ਕਿੰਨੀ ਹੈ। ਸਿੱਖਿਆ ਨੀਤੀ ਜਿਹੜੀ ਹੈ ਨਵਦੀਪ, ਜੇ ਤੁਸੀਂ ਇਹਨੂੰ ਪੋਲੀਟੀਕਲ ਟੂਲ ਦੇ ਤੌਰ ਤੇ ਇਸਤੇਮਾਲ ਕਰੋਗੇ ਨਾ, ਜਿਹੜੀਆਂ ਸਾਡੇ ਦੇਸ਼ ਦੀਆਂ ਸਰਕਾਰਾਂ ਹੈਗੀਆਂ ਘੱਟੋ ਘੱਟ ਉਹਨਾਂ ਨੂੰ ਇਹੋ ਜਿਹੀਆਂ ਖਤਰਨਾਕ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਕਿ ਜੋ ਕੁਝ ਬੱਚਿਆਂ ਨੇ ਪੜ੍ਹਨਾ ਆਪਣੇ ਪਾਠਕ੍ਰਮ ਦੇ ਵਿੱਚ ਤੁਸੀਂ ਉਹਨਾਂ ਸਾਹਮਣੇ ਆਪਣੀ ਪੋਲੀਟਿਕਸ ਮੁਤਾਬਕ ਤਰੋੜ ਮਰੋੜ ਕੇ ਪੇਸ਼ ਕਰੋ। सत श्री अकाल जी, मैं नवदीप धालीवाल, तुसीं वेख रहे हो साडा खास प्रोग्राम न्यूज़ बिहाइंड न्यूज़। ਇਹ प्रोग्राम है जिस विच ਅਸੀਂ ਝਾਤ ਮਾਰਦੇ ਹਾਂ ਵੱਖੋ-ਵੱਖ ਅਖਬਾਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਸ ਤੇ ਵਿਚਾਰ ਵਟਾਂਦਰਾ, ਤੁਹਾਨੂੰ ਦੱਸਦੇ ਹਾਂ ਬਹੁਤ ਸਾਰੀ ਇਨਫੋਰਮੇਸ਼ਨ ਬਾਰੇ ਕਿ ਆਖਿਰਕਾਰ ਕੀ ਕੁਝ ਖਾਸ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਕੀ ਕੁਝ ਖਾਸ ਚੱਲ ਰਿਹਾ ਰਾਜਨੀਤੀ ਦੇ ਵਿੱਚ, ਧਾਰਮਿਕ ਮਾਮਲਿਆਂ ਦੇ ਵਿੱਚ, ਜਿਸ ਬਾਰੇ ਜਾਣਕਾਰੀ ਤੁਹਾਨੂੰ ਸਮੇਂ ਸਿਰ ਦੇਣੀ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਸਾਰੀਆਂ ਹੀ ਖਬਰਾਂ ਤੇ ਵਧੀਆ ਜਾਣਕਾਰੀ ਇਕੱਠੀ ਕਰਕੇ ਲੈ ਕੇ ਜੋ ਆਉਂਦੇ ਨੇ ਤੁਹਾਡੇ ਤੱਕ ਸਟੀਕ ਜਾਣਕਾਰੀ ਜੋ ਪਹੁੰਚਾਉਂਦੇ ਨੇ ਉਹ ਨੇ ਸਾਡੇ ਜਗਤਾਰ ਸਿੰਘ ਸਿੱਧੂ ਜੀ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ, ਬਹੁਤ ਮਿਹਰਬਾਨੀ। ਜਿੱਦਾਂ ਮੈਂ ਹਮੇਸ਼ਾ ਕਹਿਣਾ ਹੈ ਕਿ ਸਵੇਰੇ ਸਵੇਰੇ ਆਉਣ ਨਾ ਵੈਸੇ ਦਿਲ ਕਰਦਾ ਹੈ ਕਿ ਇੰਨੇ ਚੰਗੇ ਚੰਗੇ ਸ਼ਬਦ ਤੁਸੀਂ ਚੁਣ ਕੇ ਲੈ ਕੇ ਆਉਂਦੇ ਹੋ ਜੀ, ਲੱਗਦਾ ਕਿ ਫਟਾਫਟ ਆਪਾਂ ਪ੍ਰੋਗਰਾਮ 'ਚ ਪਹੁੰਚੀਏ ਜੀ ਤੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਈਏ ਜੀ। ਬਿਲਕੁਲ ਸਰ, ਤੇ ਸਾਡੇ ਲਈ ਵੀ ਬੜਾ ਸੁਭਾਗਾ ਭਰਿਆ ਦਿਨ ਹੁੰਦਾ ਕਿ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲਦਾ। ਸਭ ਤੋਂ ਵੱਡੀ ਗੱਲ
ਇਹ ਕਿ ਅਜਿਹੇ ਸ਼ਖਸੀਅਤ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਉਹਨਾਂ ਕੋਲੇ ਹਰ ਇੱਕ ਖਬਰ ਦੀ ਇਨਫੋਰਮੇਸ਼ਨ ਜ਼ਰੂਰ ਹੋਵੇਗੀ ਤੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਟੀਵੀ ਦੇ ਜ਼ਰੀਏ, YouTube ਦੇ ਜ਼ਰੀਏ, Facebook ਦੇ ਜ਼ਰੀਏ ਜਿੰਨੇ ਵੀ ਦਰਸ਼ਕ ਸਾਨੂੰ ਜਾਣ ਰਹੇ ਨੇ, ਸਾਨੂੰ ਦੇਖ ਰਹੇ ਨੇ, ਉਹਨਾਂ ਤੱਕ ਅਸੀਂ ਹਰ ਛੋਟੀ ਤੋਂ ਛੋਟੀ ਖਬਰ ਹੈ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਗਲੋਬਲ ਪੰਜਾਬ ਚੈਨਲ ਜਿਹੜਾ ਐਸਾ ਚੈਨਲ ਹੈ ਜਿਹੜਾ ਵਧੀਆ ਇਨਫੋਰਮੇਸ਼ਨ ਤੇ ਸਹੀ ਇਨਫੋਰਮੇਸ਼ਨ ਸਮੇਂ ਸਿਰ ਪਹੁੰਚਾਉਂਦਾ ਹੈ। ਸੋ ਅਸੀਂ ਸ਼ੁਰੂਆਤ ਕਰਾਂਗੇ ਅੱਜ ਦੀ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ। ਖਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਤਿਆਰੀਆਂ ਲਗਾਤਾਰ ਜਾਰੀ ਨੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤ ਦਾ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਦਾ ਹੈ। ਹਰ ਸਾਲ ਦੂਰ ਦੁਰਾਡੇ ਤੋਂ ਸੰਗਤ ਉੱਥੇ ਪਹੁੰਚਦੀ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਅਸੀਂ ਕਹਾਂਗੇ ਕਿ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੀ ਸੰਗਤ ਉੱਥੇ ਪਹੁੰਚਦੀ ਹੈ ਤਾਂ ਇੱਕ ਹੜ੍ਹ ਆਇਆ ਹੁੰਦਾ ਹੈ। ਕੇਸਰੀ ਦਸਤਾਰਾਂ ਦੇ ਵਿੱਚ, ਨੀਲੀਆਂ ਦਸਤਾਰਾਂ ਦੇ ਵਿੱਚ ਸਾਰੇ ਉੱਥੇ ਪਹੁੰਚਦੇ ਨੇ। ਥਾਂ-ਥਾਂ ਤੇ ਲੰਗਰ ਲਾਏ ਜਾਂਦੇ ਨੇ ਤਾਂ ਖਾਲਸੇ ਦੀ ਧਰਤੀ ਤੇ ਇੱਕ ਜਸ਼ਨ ਵਰਗਾ ਜਿਹੜਾ ਮਾਹੌਲ ਹੁੰਦਾ ਹੈ। ਸੋ ਇਸ ਬਾਰੇ ਆਪਾਂ ਸਿੱਧੂ ਸਾਹਿਬ ਵੱਲ ਵਧਾਂਗੇ ਤੇ ਉਹਨਾਂ ਤੋਂ ਖਾਲਸਾ ਸਾਜਨਾ ਦਿਵਸ ਬਾਰੇ ਹੋਰ ਵੀ ਬਹੁਤ ਕੁਝ ਜਾਣਾਂਗੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਬਹੁਤ ਧੰਨਵਾਦ। ਤੁਸੀਂ ਉਸ ਵਿਸ਼ੇ ਤੇ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਸਾਡੀ ਵਿਰਾਸਤ, ਸਾਡੇ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ। ਸਦੀਆਂ ਤੋਂ ਅਸੀਂ ਇਹ ਦਿਨ ਜਿਹੜਾ ਹੈਗਾ ਉੱਥੇ ਗੁਰੂ ਸਾਹਿਬਾਨ ਦੇ ਗੁਰਦੁਆਰਾ ਸਾਹਿਬਾਨ ਜਾ ਕੇ ਨਤਮਸਤਕ ਵੀ ਹੁੰਨੇ ਆ ਜੀ ਤੇ ਆਪਣੀ ਵਿਰਾਸਤ ਦੇ ਨਾਲ ਵੀ ਜੁੜਦੇ ਆ। ਜਿੱਦਾਂ ਹੁਣ ਤੁਸੀਂ ਜ਼ਿਕਰ ਕਰ ਰਹੇ ਕਿ ਲੱਖਾਂ ਲੋਕ ਜਿਹੜੇ ਹੈਗੇ ਦਮਦਮਾ ਸਾਹਿਬ ਤਾਂ ਜਾਂਦੇ ਹੀ ਜਾਂਦੇ ਆ। ਬਾਕੀ ਜੇ ਆਪਾਂ ਗੁਰਦੁਆਰਾ ਸਾਹਿਬਾਨ ਦੀ ਗੱਲ ਕਰ ਲਈਏ, ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਈਏ, ਬਾਕੀ ਥਾਵਾਂ ਦੇ ਉੱਤੇ ਸਭ ਜਗ੍ਹਾ ਤੇ ਹੀ ਜਾਣੀ ਇੱਥੋਂ ਤੱਕ ਦੁਨੀਆ ਭਰ 'ਚ ਵੀ ਜਿਹੜਾ ਸਾਡਾ ਸਿੱਖ ਭਾਈਚਾਰਾ ਬੈਠਾ ਹੈ ਉਹ ਆਪਣੀ ਜਿੱਥੇ ਵੀ ਜਗ੍ਹਾ ਉਹਨੇ ਜਿੱਥੇ ਪਹੁੰਚ ਹੈਗੀ ਹੈ ਉਹ ਗੁਰਦੁਆਰਾ ਸਾਹਿਬ ਜਾਂਦੇ ਆ, ਨਤਮਸਤਕ ਹੁੰਦੇ ਆ ਜੀ। ਕਿਉਂਕਿ ਖਾਲਸੇ ਦਾ ਜਿਹੜਾ ਹੈਗਾ ਸਾਜਨਾ ਦਿਵਸ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਜੀ, ਇਸ ਤੋਂ ਵੱਡੀ ਗੱਲ ਕੋਈ ਨਵਦੀਪ ਸਾਡੇ ਲਈ ਤਾਂ ਹੋ ਨਹੀਂ ਸਕਦੀ। ਸਾਜਨਾ ਦਿਵਸ ਤੋਂ ਵੱਡਾ ਕੀ ਹੋ ਸਕਦਾ ਹੈ? ਅੱਜ ਕੱਲ੍ਹ ਦਾ ਮਾਡਰਨ ਸਿਸਟਮ ਹੈ। ਜੇ ਕਿਸੇ ਨੇ ਆਪਣਾ ਕਿਸੇ ਬੱਚੇ ਦਾ, ਹੋਰ ਕਿਸੇ ਦਾ ਜਨਮ ਦਿਹਾੜਾ ਵੀ ਮਨਾਉਣਾ ਹੁੰਦਾ ਤਾਂ ਕਿਵੇਂ ਫੇਸਬੁੱਕਾਂ 'ਤੇ ਪਾਉਂਦੇ ਆ, ਕਿਵੇਂ ਘਰ 'ਚ ਲੜੀਆਂ ਲੜਾਉਂਦੇ ਆ ਔਰ ਕਿੱਦਾਂ ਜਿਹੜਾ ਹੈਗਾ ਖੁਸ਼ੀਆਂ ਮਨਾਉਂਦੇ ਆ। ਤੇ ਸਾਜਨਾ ਦਿਵਸ ਤਾਂ ਸਾਡੀ ਕੌਮ ਦਾ ਦਿਵਸ ਹੈਗਾ। ਇਸ ਕਰਕੇ ਸੁਭਾਵਿਕ ਹੈ ਕਿ ਸਿੱਖ ਭਾਈਚਾਰਾ, ਮੈਂ ਕਹਿੰਦਾ ਕਿ ਸਿੱਖ ਭਾਈਚਾਰਾ ਨਹੀਂ ਸਗੋਂ ਆਪਾਂ ਪੰਜਾਬ ਜਿੱਥੇ ਗੱਲ ਕਰ ਰਹੇ ਹਾਂ ਨਵਦੀਪ, ਇਹ ਤਾਂ ਸਾਡੇ ਇੱਕ ਕਲਚਰ ਦਾ, ਸੱਭਿਆਚਾਰ ਦਾ ਹਿੱਸਾ ਬਣ ਗਿਆ ਜੀ। ਜਿਹੜੇ ਸਿੱਧੇ ਤੌਰ 'ਤੇ ਸਿੱਖ ਭਾਈਚਾਰੇ ਨਾਲ ਸੰਬੰਧ ਨਹੀਂ ਰੱਖਦੇ, ਪੰਜਾਬੀ ਹੈ, ਦੂਜੀਆਂ ਕੌਮਾਂ 'ਚੋਂ ਆਉਂਦੇ ਹੈ, ਉਹ ਵੀ ਇਸ ਮੌਕੇ ਨੂੰ ਸਮਝਦੇ ਆ ਤੇ ਭਾਈਚਾਰੇ ਦੀ ਜਿਹੜੀਆਂ ਭਾਵਨਾਵਾਂ ਉਹਨਾਂ ਦੀ ਕਦਰ ਕਰਦੇ ਆ। ਮੈਂ ਹਮੇਸ਼ਾ ਦੇਖਦਾ ਕਿ ਚਾਹੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ, ਜਦੋਂ ਦਮਦਮਾ ਸਾਹਿਬ ਦੀ ਗੱਲ ਕਰਦੇ ਹਾਂ, ਸਿੱਖ ਭਾਈਚਾਰਾ ਤਾਂ ਨਜ਼ਦੀਕ ਜਾਂਦਾ ਹੀ ਜਾਂਦਾ। ਵੱਡੀ ਗਿਣਤੀ 'ਚ ਉੱਥੇ ਤੁਸੀਂ ਕਿਤੇ ਜਾ ਕੇ ਦੇਖੋ ਤਾਂ ਹਿੰਦੂ ਭਾਈਚਾਰਾ, ਦੂਜੇ ਜਿਹੜੇ ਧਰਮਾਂ ਦੇ ਲੋਕ ਜਿਹੜੇ ਹੈਗਾ, ਮੈਂ ਬੀਂਗ ਏ ਜਰਨਲਿਸਟ ਕਈ ਵਾਰ ਮੈਨੂੰ ਰਿਪੋਰਟਿੰਗ ਕਰਨ ਦੇ ਲਈ ਵੀ ਦਮਦਮਾ ਸਾਹਿਬ ਜਾਣ ਦਾ ਮੌਕਾ ਮਿਲਿਆ ਜੀ। ਨਵਦੀਪ, ਜਦੋਂ ਤੁਸੀਂ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਹੋ, ਇੰਨਾ ਇਕੱਠ ਹੁੰਦਾ, ਸੰਗਤਾਂ ਦਾ ਇੰਨਾ ਇਕੱਠ ਹੁੰਦਾ ਕਿ ਇੱਕ ਮਨ 'ਚ ਇੰਨੀ ਗੱਲ ਹੁੰਦੀ ਹੈ ਕਿ ਉੱਥੋਂ ਤੱਕ ਪਹੁੰਚ ਜਾਈਏ, ਅਸੀਂ ਆਪਣਾ ਸਿਰ ਝੁਕਾ ਲਈਏ ਗੁਰੂ ਸਾਹਿਬਾਨ ਦੇ ਅੱਗੇ ਜੀ। ਇਹ ਫੀਲਿੰਗ ਕੋਈ ਇੱਕ ਦੀ ਨਹੀਂ ਹੈ। ਸਮੁੱਚਾ ਸਿੱਖ ਜਗ ਜਿਹੜਾ ਸਾਰਿਆਂ ਦੇ ਮਨਾਂ ਦੇ 'ਚ ਹੁੰਦੀ ਹੈ, ਸਵੇਰ ਤੋਂ ਉੱਠ ਕੇ ਰਾਤ ਤੱਕ ਆਪਣੇ ਥਾਵਾਂ ਤੇ ਕਿ ਕਿਸ ਤਰੀਕੇ ਨਾਲ ਇਸ ਨੂੰ ਮਨਾਉਣਾ ਹੈਗਾ। ਪਰ ਇਹਦਾ ਦੂਜਾ ਪਹਿਲੂ ਜਿਹੜਾ ਨਦੀ ਜਿਸ ਮੁੱਦੇ ਦੀ ਅੱਜ ਜਿੱਦਾਂ ਤੁਸੀਂ ਆਪਾਂ ਦਮਦਮਾ ਸਾਹਿਬ ਦੀ ਗੱਲ ਕਰ ਰਹੇ ਹਾਂ, ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਜਿਹੜਾ ਦਮਦਮਾ ਸਾਹਿਬ ਕੱਲ੍ਹ ਇੱਕ ਵਿਸ਼ੇਸ਼ ਇਕੱਤਰਤਾ ਹੋਈ ਸੀ ਜਿਹਦੇ 'ਚ ਸਿੱਖ ਪੰਥ ਤੇ ਹੋਰ ਮੀਡੀਆ ਨਾਲ ਕਈ ਮੁੱਦੇ ਵਿਚਾਰੇ ਗਏ। ਜੇ ਆਪਾਂ ਉਹਦੇ 'ਚ ਵਿਸਾਖੀ ਦੀ ਗੱਲ ਕਰਦੇ ਹਾਂ, ਵਿਸਾਖੀ ਦੇ ਦਿਹਾੜੇ ਦੀ, ਤਾਂ ਉਹਨਾਂ ਨੇ ਚੇਚੇ ਤੌਰ ਤੇ ਸਿੱਖ ਭਾਈਚਾਰੇ ਨੂੰ ਬੜਾ ਸਪਸ਼ਟ ਰੂਪ 'ਚ ਸੱਦਾ ਦਿੱਤਾ ਕਿ ਅਸੀਂ ਕੋਈ ਦਮਦਮਾ ਸਾਹਿਬ ਸਰਬੱਤ ਖਾਲਸਾ ਤਾਂ ਨਹੀਂ ਕਰ ਰਹੇ, ਪਰ ਸਾਡਾ ਅਧਿਕਾਰ ਹੈ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਸਥਾਨ ਦੇ ਉੱਤੇ ਜਾ ਕੇ ਆਪਣੇ ਗੁਰੂ ਸਾਹਿਬਾਨ ਅੱਗੇ ਆ ਕੇ ਨਤਮਸਤਕ ਹੋਈਏ। ਤਾਂ ਉਹਨਾਂ ਨੇ ਕਿਹਾ ਕਿ ਹੁਮਾ ਕੇ ਤੁਸੀਂ ਦਮਦਮਾ ਸਾਹਿਬ ਦੀ ਜਿਹੜੀ ਵਿਸਾਖੀ ਹੈ ਉਹਦੇ 'ਚ ਸ਼ਿਰਕਤ ਕਰੋ, ਉਹਦੇ 'ਚ ਆਓ। ਇਹ ਸੱਦਾ ਦਿੱਤਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ। ਜਾਣੀ ਇੱਕ ਵੱਖਰੀ ਕਿਸਮ ਦਾ ਮਾਹੌਲ ਜਿਹੜਾ ਤੁਸੀਂ ਕਹਿੰਦੇ ਪਹਿਲਾਂ ਤਾਂ ਹੋਏਗਾ ਹੀ ਹੋਏਗਾ, ਪਰ ਹੁਣ ਚੇਚੇ ਤੌਰ ਤੇ ਜਿਸ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੀ ਸੱਦਾ ਦਿੱਤਾ ਗਿਆ, ਉਮੀਦ ਕਰਦੇ ਹਾਂ ਕਿ ਉੱਥੇ ਵੱਡੀ ਗਿਣਤੀ 'ਚ ਜਿਹੜਾ ਬਹੁਤ ਲੱਖਾਂ ਦੀ ਗਿਣਤੀ ਜਿਹੜੀ ਸੰਗਤ ਹੈ ਉਹ ਪਹੁੰਚੇਗੀ। ਤੇ ਇਸ ਦਾ ਦੂਜਾ ਪਹਿਲੂ ਇੱਕ ਹੋਰ ਜਿਹੜਾ ਹੈਗਾ ਉਹ ਸਰਕਾਰ ਵਾਲਾ ਪਹਿਲੂ ਹੈ, ਉਹ ਵੀ ਵੱਡਾ ਅਹਿਮ ਹੈ। ਉਸ ਮੁੱਦੇ ਤੇ ਵੀ ਆਪਾਂ ਨੂੰ ਨਦੀਪ ਚਰਚਾ ਕਰਨੀ ਬਣਦੀ ਹੈ ਜੀ। ਬਿਲਕੁਲ। ਤਾਂ ਸਿੱਧੂ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸਾਰੀ ਸੰਗਤ ਇੱਥੇ ਜ਼ਰੂਰ ਪਹੁੰਚੇ, ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ
ਵਾਅਦਾ ਕਰਦੀ ਹੈ। ਵੈਸੇ ਤਾਂ ਦਰਸ਼ਕਾਂ ਨੂੰ ਉਂਝ ਵੀ ਪਤਾ ਹੀ ਹੈ ਕਿ ਹਰਪ੍ਰੀਤ ਸਿੰਘ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉੱਥੇ ਹੀ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਨੇ, ਜਿਸ ਦੇ ਲਈ ਉਹਨਾਂ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਇੱਕ ਹੋਰ ਜ਼ਿਆਦਾ ਵੱਡੀ ਬਣ ਜਾਂਦੀ ਹੈ, ਕਿਉਂਕਿ ਦੋ ਤਖਤਾਂ ਦਾ ਜਥੇਦਾਰ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਸੋ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਇਸ ਦਾ ਬੁਲਾਵਾ ਦੇਣਾ ਕਿ ਸਾਰੀ ਸੰਗਤ ਜ਼ਰੂਰ ਗੁਰੂ ਘਰ ਵਿਖੇ ਨਤਮਸਤਕ ਹੋਵੋ, ਕਿਉਂਕਿ ਵਿਸ਼ੇਸ਼ ਦਿਹਾੜਾ ਹੈ। ਇਸ ਦਿਨ ਸਾਡਾ ਖਾਲਸਾ ਸਿਰਜਿਆ ਗਿਆ ਸੀ, ਇਸ ਦਿਨ ਸਾਡਾ ਖਾਲਸਾ ਸਜਿਆ ਸੀ। ਸੋ ਇੱਕ ਇੱਕ ਹੋਰ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਕੱਲ ਉਹਨਾਂ ਨੇ ਕਈ ਐਲਾਨ ਕੀਤੇ, ਉਹਨਾਂ ਨੇ ਕਈ ਗੱਲਾਂ ਕੀਤੀਆਂ, ਉੱਥੇ ਹੀ ਉਹਨਾਂ ਨੇ ਕਈ ਅਪੀਲਾਂ ਵੀ ਕੀਤੀਆਂ। ਜਿਸ ਹਿਸਾਬ ਦੇ ਨਾਲ ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ, ਇੱਕ ਵੱਡਾ ਆਪਾਂ ਕਹਿ ਦਈਏ ਕਿ ਬਹੁਤ ਹੀ ਜ਼ਿਆਦਾ ਪੁਲਿਸ ਉੱਥੇ ਲੱਗੀ ਹੋਈ ਸੀ, ਤਾਂ ਉਸ ਹਿਸਾਬ ਦੇ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਸਰਕਾਰ ਨੂੰ, ਨਾਲ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ। ਉਹਨਾਂ ਨੇ ਕਿਹਾ ਕਿ ਵਿਸਾਖੀ ਤੋਂ ਪਹਿਲਾਂ ਇੱਕ ਭੈ ਵਾਲਾ ਮਾਹੌਲ ਨਾ ਬਣਾਇਆ ਜਾਵੇ, ਲੋਕ ਸ਼ਾਂਤੀ ਦੇ ਨਾਲ ਹੀ ਗੁਰੂ ਘਰ ਆਉਣ, ਇੱਥੇ ਆ ਕੇ ਨਤਮਸਤਕ ਹੋਣ। ਬਿਲਕੁਲ ਨਵਦੀਪ, ਇਹ ਬੜਾ ਅਹਿਮ ਸਵਾਲ ਹੈ ਜਿਸਦਾ ਤੁਸੀਂ ਜ਼ਿਕਰ ਕੀਤਾ ਹੈ। ਅਕਾਲ ਤਖਤ ਦੇ ਜਥੇਦਾਰ ਵੱਲੋਂ ਉਚੇਚੇ ਤੌਰ ਤੇ ਗੱਲ ਕਹੀ ਗਈ ਹੈ ਕਿ ਸਾਡੇ ਜਿਹੜੇ ਧਾਰਮਿਕ ਤਿਉਹਾਰ ਹੈ, ਜਿਹੜੇ ਦਿਵਸ ਹੈਗੇ, ਉਹ ਮਨਾਉਣਾ ਸਾਡਾ ਅਧਿਕਾਰ ਹੈ। ਅਸੀਂ ਹਮੇਸ਼ਾ ਹੀ ਜਿਹੜੇ ਤਿਉਹਾਰ ਹੁੰਦੇ ਆ ਪੁਰਅਮਨ ਢੰਗ ਨਾਲ ਮਨਾਉਂਦੇ ਆ। ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀ ਸਿੱਖਿਆ, ਉਹਨਾਂ ਦਾ ਜਿਹੜਾ ਫਲਸਫਾ ਹੈਗਾ, ਉਹਦੀਆਂ ਗੱਲਾਂ ਹੁੰਦੀਆਂ, ਆਪਣੀ ਸਿੱਖ ਕੌਮ ਦੀਆਂ ਕੁਰਬਾਨੀ ਦੀਆਂ ਗੱਲਾਂ ਹੁੰਦੀਆਂ, ਦੇਸ਼ ਦੇ ਲਈ, ਭਾਈਚਾਰੇ ਦੇ ਲਈ। ਇਹ ਇਸ ਮੁੱਦੇ ਨੂੰ ਇਸ ਤਰੀਕੇ ਨਾਲ ਜਿਹੜਾ ਪੇਸ਼ ਕਰਨਾ ਕਿ ਪਤਾ ਨਹੀਂ ਉੱਥੇ ਕੀ ਹੋਏਗਾ। ਇਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਜਦੋਂ ਆਪਾਂ ਹੋਲਾ ਮਹੱਲਾ ਦੀ ਗੱਲ ਕਰਦੇ ਤਾਂ ਉਦੋਂ ਵੀ ਬਹੁਤ ਵੱਡੀ ਗਿਣਤੀ 'ਚ ਇੱਦਾਂ ਹੀ ਲੱਖਾਂ ਲੋਕ ਜਿਹੜੇ ਹੈਗੇ ਨਤਮਸਤਕ ਹੁੰਦੇ ਆ। ਉਦੋਂ ਵੀ ਜਿਹੜਾ ਕਿ ਨਵਦੀਪ ਇਸ ਤਰ੍ਹਾਂ ਦਾ ਪ੍ਰਾਪੇਗੰਡਾ ਕੀਤਾ ਗਿਆ ਕਿ ਪਤਾ ਨਹੀਂ ਉੱਥੇ ਕੀ ਐਲਾਨ ਹੋ ਜਾਏਗਾ, ਕੌਣ ਆਏਗਾ, ਕਿੱਦਾਂ ਦੀਆਂ ਗੱਲਾਂ ਹੋਣਗੀਆਂ। ਸੋ ਇੱਕ ਮਾਹੌਲ ਵਿਗਾੜਨ ਦੀ ਨਾ, ਦੇਖੋ ਪੰਜਾਬੀ ਭਾਈਚਾਰਾ ਔਰ ਸਿੱਖ ਭਾਈਚਾਰਾ ਹਾਲਾਂਕਿ ਇੱਦਾਂ ਦੀਆਂ ਫਜ਼ੂਲ ਦੀਆਂ ਜਿਹੜੀਆਂ ਅਫਵਾਹਾਂ ਹੈ ਉਹਨਾਂ ਤੋਂ ਡਰਦਾ ਨਹੀਂ ਹੈਗਾ। ਆਪਣੇ ਗੁਰੂ ਘਰ ਤਾਂ ਉਹਨਾਂ ਨੇ ਜਾਣਾ ਹੀ ਹੁੰਦਾ। ਇਹ ਤਾਂ ਜਦੋਂ ਜ਼ਾਲਮ ਸਰਕਾਰਾਂ ਸਮੇਂ ਤੇ ਜਿਹੜੀਆਂ ਰਹੀਆਂ, ਉਹਨਾਂ ਵੱਲੋਂ ਜਦੋਂ ਸਿੱਖ ਭਾਈਚਾਰੇ ਤੇ ਇੰਨੇ ਤਸ਼ੱਦਦ ਕੀਤੇ ਗਏ ਸੀ, ਉਸ ਮੌਕੇ ਨਹੀਂ ਇਹ ਕਿਸੇ ਤੋਂ ਡਰੇ ਜਾਂ ਪਿੱਛੇ ਹਟੇ। ਇਸ ਕਰਕੇ ਹੁਣ ਤਾਂ ਡਰਨ ਜਾਂ ਇਹ ਤਾਂ ਗੁਰੂ ਸਾਹਿਬਾਨ ਨੇ ਸਿੱਖਿਆ ਹੀ ਇਸ ਗੱਲ ਦੀ ਸਿਖਾਇਆ ਹੀ ਹੈ ਕਿ ਤੁਸੀਂ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਨਜਾਇਜ਼ ਡਰਾਓ। ਜਿਹੜਾ ਹੈਗਾ ਇਹ ਜਿਹੜੀ ਗੱਲ ਜਿਹੜੀ ਕੀਤੀ ਗਈ ਹੈ ਇਸ ਮੁੱਦੇ ਤੇ ਲੈ ਕੇ ਬਹੁਤ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਸਾਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੈਗੇ ਆ, ਤੁਸੀਂ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਪਹਿਲਾਂ ਇੱਕ ਮਾਹੌਲ ਸਿਰਜਦੇ ਹੋ। ਅਨੰਦਪੁਰ ਸਾਹਿਬ ਜਦੋਂ ਹੋਲਾ ਮਹੱਲਾ ਸੀ ਤਾਂ ਉਸ ਵੇਲੇ ਇੱਦਾਂ ਦਾ ਮਾਹੌਲ ਬਣਾਇਆ ਗਿਆ ਸਰਕਾਰ ਵੱਲੋਂ। ਹੁਣ ਜਦੋਂ ਵਿਸਾਖੀ ਦਾ ਮੌਕਾ ਹੈ, ਵਿਸਾਖੀ ਦਾ ਪਵਿੱਤਰ ਦਿਹਾੜਾ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਖਾਲਸਾ ਦਾ ਸਾਜਨਾ ਦਿਵਸ ਹੈ, ਉਸ ਮੌਕੇ ਦੇ ਉੱਤੇ ਵੀ ਤੁਸੀਂ ਇਹੋ ਜਿਹਾ ਮਾਹੌਲ ਬਣਾ ਰਹੇ ਹੋ ਵੀ ਪਤਾ ਨਹੀਂ ਦਮਦਮਾ ਸਾਹਿਬ ਆਏਗਾ, ਕੋਈ ਕੀ ਐਲਾਨ ਹੋਏਗਾ, ਕਿੱਦਾਂ ਦੀਆਂ ਗੱਲਾਂ ਹੋਣਗੀਆਂ। ਤੁਹਾਨੂੰ ਇਹ ਜਿਹੜਾ ਗਲਤ ਪ੍ਰਾਪੇਗੰਡਾ ਪ੍ਰਚਾਰ ਹੈ ਉਹ ਗੁੰਮਰਾਹਕੁਨ ਪ੍ਰਚਾਰ ਨਹੀਂ ਕਰਨਾ ਚਾਹੀਦਾ। ਔਰ ਇੱਦਾਂ ਸੰਗਤਾਂ ਨੂੰ ਭੈ ਭੀਤ ਜਾਂ ਲੋਕਾਂ ਨੂੰ, ਪੰਜਾਬ ਦਿਆਂ ਨੂੰ ਭੈ ਭੀਤ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਵੱਡੇ ਵੱਡੇ ਫਲੈਗ ਮਾਰਚ ਕਰਦੇ ਹੋ, ਵੱਡੇ ਇੱਦਾਂ ਦੀਆਂ ਗੱਲਾਂ ਕਰਦੇ ਹੋ ਕਿ ਪਤਾ ਨਹੀਂ ਉੱਥੋਂ ਕੀ ਲੱਭੇਗਾ, ਕੀ ਮਿਲੇਗਾ ਜਿਹੜਾ ਹੈਗਾ। ਸੋ ਜਦੋਂ ਆਪਾਂ ਜਥੇਦਾਰ ਸਾਹਿਬ ਦਾ ਬਿਆਨ ਦਾ ਜ਼ਿਕਰ ਕਰਦੇ ਹਾਂ ਕੱਲ੍ਹ ਦੀ ਮੀਟਿੰਗ ਦਾ, ਤਾਂ ਉਹਨਾਂ ਨੇ ਚਿੱਟੇ ਤੌਰ ਤੇ ਇਸ ਗੱਲ ਦਾ ਨੋਟਿਸ ਲਿਆ ਕਿ ਸਰਕਾਰਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹੋ ਜਿਹਾ ਮਾਹੌਲ ਨਹੀਂ ਸਿਰਜਿਆ ਜਾਣਾ ਚਾਹੀਦਾ। ਔਰ ਇੱਕ ਗੱਲ ਜਿਹੜੀ ਉਹਨਾਂ ਨੇ, ਦੇਖੋ ਬੜੀ ਮੀਨਿੰਗਫੁਲ ਡਾਇਲਾਗ ਸੀ ਇਸ ਇਸ਼ੂ ਦੀ ਜੇ ਆਪਾਂ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਨਾ ਕਹੋ ਕਿ ਇਹਦੇ ਨਾਲ ਇੱਦਾਂ ਦਾ ਮਾਹੌਲ ਸਿਰਜ ਕੇ ਕਿ ਜਿੱਥੇ ਤਾਂ ਬੜੀ ਗੜਬੜ ਹੋ ਸਕਦੀ ਹੈ, ਸਮੱਸਿਆ ਆ ਸਕਦੀ ਹੈ, ਕੇਂਦਰ ਦੀਆਂ ਕੰਪਨੀਆਂ ਮੰਗਾਈਆਂ ਗਈਆਂ, ਫਲੈਗ ਮਾਰਚ ਹੋਣੇ। ਇਹ ਨਹੀਂ ਕਿ ਇਕੱਲਾ ਪੰਜਾਬ ਇਹਦੇ ਨਾਲ ਬਦਨਾਮ ਹੋਏਗਾ ਜਾਂ ਕੋਈ ਇੱਕ ਭਾਈਚਾਰਾ ਬਦਨਾਮ ਹੋਏਗਾ। ਉਹ ਕਹਿੰਦੇ ਸਰਕਾਰ ਨੂੰ ਕਿਹਾ ਤੁਸੀਂ ਵੀ ਬਦਨਾਮ ਹੋਵੋਗੇ। ਆਖਰਕਾਰ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੈ ਨਾ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੀ ਗੱਲ ਤਾਂ ਕਰਦੇ ਹੋ ਕਿ ਪੰਜਾਬ 'ਚ ਗੜਬੜਾ ਵੀ, ਇਹਦੇ ਨਾਲ ਦੁਨੀਆ ਭਰ 'ਚ ਬੈਠੇ ਜਿਹੜੇ ਪੰਜਾਬੀ ਹੈ, ਜਿਹੜੇ ਬਾਹਰ ਆ, ਉਹ ਵੀ ਚਿੰਤਤ ਹੁੰਦੇ ਆ ਕਿ ਪਤਾ ਨਹੀਂ ਪੰਜਾਬ 'ਚ ਕੀ ਹੋਣ ਜਾ ਰਿਹਾ। ਆਪਾਂ ਨਵਦੀਪ ਸਾਰੇ ਪੰਜਾਬ ਦੇ ਰਹਿਣ ਵਾਲੇ ਆ। ਕਿੱਦਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਪੰਜਾਬ ਪੁਰਅਮਨ ਵਸਦਾ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਬੱਚੇ ਸਕੂਲਾਂ ਜਾਂਦੇ ਆ, ਸਾਡੇ ਦਫ਼ਤਰ ਲੱਗਦੇ ਆ, ਕਿਸਾਨ ਆਪਣੇ ਖੇਤਾਂ 'ਚ ਕੰਮ ਕਰਦੇ ਆ, ਕਾਰੋਬਾਰੀ ਆਪਣਾ ਕੰਮਕਾਜ ਕਰਦੇ ਆ। ਕਿੱਥੇ ਗੜਬੜ ਕਿੱਥੇ ਹੈ? ਜਾਣੀ ਗੜਬੜ ਜਿਹੜੀ ਹੈਗੀ ਹੈ ਸਰਕਾਰ ਦੀਆਂ ਨਜ਼ਰਾਂ 'ਚ, ਜਾਂ ਜਿਹੜੇ ਲੋਕ ਜਿਹੜੇ ਗਏ ਇੱਦਾਂ ਦਾ ਕੁਝ ਕਰਵਾਉਣਾ ਚਾਹੁੰਦੇ ਆ ਜਾਂ ਮਾਹੌਲ ਸਿਰਜਣਾ ਚਾਹੁੰਦੇ ਆ, ਉਹਨਾਂ ਦੀ ਨਜ਼ਰਾਂ 'ਚ ਗੜਬੜ ਹੈ। ਆਮ ਪੰਜਾਬੀ ਦੀ ਨਜ਼ਰ ਦੇ ਵਿੱਚ ਕੋਈ ਉਹ ਤੇ ਪੁਰਅਮਨ ਵਸਦੇ ਆ ਠੀਕ ਢੰਗ ਨਾਲ। ਸੋ ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ ਕਿ ਕਿਉਂ ਤੁਸੀਂ ਸਾਡਾ ਅਕਸ ਵਿਗਾੜ ਰਹੇ ਹੋ, ਇੱਦਾਂ ਦੀਆਂ ਤੁਸੀਂ ਕੰਪਨੀਆਂ ਲਾ ਕੇ, ਇੱਦਾਂ ਦੇ ਮਾਰਚ ਕਰਕੇ ਕੋਈ ਉਸ ਕੌਮ ਬਾਰੇ ਜਾਂ ਇੱਦਾਂ ਦਾ ਇੱਕ ਮਾਹੌਲ ਸਿਰਜਣਾ ਕਿ ਪਤਾ ਨਹੀਂ ਇਹ ਕੋਈ ਬਗਾਵਤ ਕਰਨ ਜਾ ਰਿਹਾ। ਜਾਣੀ ਜਿਸ ਕੌਮ ਨੇ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ,
ਸਭ ਤੋਂ ਵੱਧ ਬਲੀਦਾਨ ਦਿੱਤਾ ਹੋਵੇ, ਜਿਸ ਦੇ ਗੁਰੂ ਸਾਹਿਬਾਨ ਨੇ ਦੇਸ਼ ਦੀ ਖਾਤਰ ਬਲੀਦਾਨ ਦਿੱਤਾ ਹੋਵੇ, ਆਪਣੀ ਕੌਮ ਲਈ ਬਲੀਦਾਨ ਦਿੱਤਾ ਹੋਵੇ, ਤੁਸੀਂ ਉਸ ਕੌਮ ਦੇ ਉੱਤੇ ਹੀ ਇਦਾਂ ਦੇ ਸਵਾਲ ਉਠਾਓ ਜਾਂ ਇਦਾਂ ਦਾ ਮਾਹੌਲ ਬਣਾਓ ਕਿ ਵੀ ਪਤਾ ਨਹੀਂ ਕੀ ਹੋਣ ਜਾ ਰਿਹਾ। ਸੋ ਜਥੇਦਾਰ ਸਾਹਿਬ ਦਾ ਇਸ ਮੌਕੇ ਤੇ ਇੱਕ ਵਿਸਾਖੀ ਤੋਂ ਪਹਿਲਾਂ ਇਹ ਮਾਹੌਲ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੋਈ ਤਰ੍ਹਾਂ ਜਾਣਬੁੱਝ ਕੇ ਇਦਾਂ ਦਾ ਮਾਹੌਲ ਬਣਾ ਰਹੀਆਂ। ਦੂਜੇ ਪਾਸੇ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸਿੰਘ ਸਾਹਿਬਾਨ ਜਿਹੜੇ ਹੈਗੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਨੇ, ਜਿੱਦਾਂ ਤੁਸੀਂ ਕਿਹਾ ਹੀ ਹੈ, ਤੇ ਉਹਨਾਂ ਵੱਲੋਂ ਇਹ ਕਹਿਣਾ ਕਿ ਇਹ ਮਾਹੌਲ ਜਿਹੜਾ ਹੈਗਾ ਤੁਸੀਂ ਪੰਜਾਬ ਨੂੰ ਬਦਨਾਮ ਨਾ ਕਰੋ, ਤੁਸੀਂ ਖੁਦ ਵੀ ਬਦਨਾਮ ਹੋਵੋਗੇ। ਔਰ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿਹਦੇ ਨਾਲ ਤੁਸੀਂ ਕਹੋ ਕਿ ਇੱਥੇ ਇਦਾਂ ਦੀਆਂ ਫੋਰਸਿਸ ਲਾਉਣ ਦੀ ਲੋੜ ਹੈ, ਪਤਾ ਨਹੀਂ ਕੀ ਹੋਣ ਜਾ ਰਿਹਾ। ਇੱਕ ਵੱਡਾ ਸਵਾਲ ਨਵਦੀਪ ਇਹ ਵੀ ਹੈ ਕਿ ਜਦੋਂ ਇਦਾਂ ਦੇ ਸਾਡੇ ਦਿਵਸ ਆਉਂਦੇ ਹੈ, ਕਿਉਂ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਇੱਕ ਇਮੇਜ ਹੀ ਹੁੰਦਾ ਨਾ। ਬਾਕੀ ਦੇਸ਼ ਦੇ ਵਿੱਚ ਇੱਕ ਮੈਸੇਜ ਦੇਣਾ, ਹੁਣ ਵਿਸਾਖੀ ਦਾ ਮੈਸੇਜ ਤਾਂ ਵਿਸਾਖੀ ਤੇ ਜਾਣਾ ਚਾਹੀਦਾ ਨਾ, ਉਹ ਮੈਸੇਜ ਜਾਣਾ ਚਾਹੀਦਾ ਕਿ ਖਾਲਸੇ ਦੀ ਸਾਜਨਾ ਕਿਸ ਤਰ੍ਹਾਂ ਹੋਈ, ਕਿਸ ਤਰ੍ਹਾਂ ਇਹਨੇ ਆਪਣੀ ਜਿਹੜੀ ਵਿਰਾਸਤ ਨੂੰ ਬਚਾਇਆ, ਕਿਸ ਤਰ੍ਹਾਂ ਦੇਸ਼ ਨੂੰ ਬਚਾਇਆ, ਕਿਸ ਤਰ੍ਹਾਂ ਮਾਨਵਤਾ ਦੇ ਬਚਾਉਣ ਦੇ ਲਈ ਲੜਾਈਆਂ ਲੜੀਆਂ। ਉਹਦੀ ਵਜ੍ਹਾ ਇੱਕ ਹੋਰ ਜਿਹੜਾ ਹੈਗਾ ਏਜੰਡਾ ਥੋਪ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਕੀ ਗੜਬੜ ਹੋਣ ਜਿਹੜੀ ਉਹ ਸਾਰਾ ਜਿਹੜਾ ਵਿਸਾਖੀ ਨਾਲ ਸੰਬੰਧਿਤ ਸਾਡੀ ਵਿਰਾਸਤ, ਸਾਡਾ ਸਾਰਾ ਕੋਈ ਜੋ ਕੰਟਰੀਬਿਊਸ਼ਨ ਹੈ ਉਹ ਇੱਕ ਪਾਸੇ, ਤੇ ਨਵਾਂ ਮਾਹੌਲ ਇੱਕ ਪਾਸੇ, ਵੀ ਪਤਾ ਨਹੀਂ ਉੱਥੇ ਕੀ ਤਬਾਹੀ ਹੋਣ ਵਾਲੀ ਹੈ। ਸੋ ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਬੜਾ ਮਹੱਤਵਪੂਰਨ ਹੈ ਇਸ ਮਾਮਲੇ ਦੇ ਉੱਤੇ ਕਹਿਣਾ ਕਿ ਜੋ ਜਿਸ ਸੰਦਰਭ ਦੇ ਵਿੱਚ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਸਾਨੂੰ ਉਹ ਪ੍ਰੋਗਰਾਮ ਕਰਨ ਦਿਓ, ਇੱਦਾਂ ਦਾ ਗਲਤ ਇਮੇਜ ਜਿਹੜਾ ਹੈਗਾ ਉਹ ਬਿਲਡਅਪ ਨਾ ਕੀਤਾ ਜਾਵੇ ਜਿਹਦੇ ਨਾਲ ਤੁਸੀਂ ਸਾਨੂੰ ਖਾਮਖਾ ਜਿਹੜਾ ਹੈਗਾ ਭੰਡਣ ਦੀ ਕੋਸ਼ਿਸ਼ ਕਰ ਰਹੇ। ਜੀ ਬਿਲਕੁਲ। ਤੇ ਸਿੱਧੂ ਸਾਹਿਬ ਇੱਕ ਇੱਥੇ ਹੀ ਉਹਨਾਂ ਦੇ ਬਿਆਨ ਦੇ ਵਿੱਚ ਇੱਕ ਗੱਲ ਹੋਰ ਸੀ ਜਿਸ ਦੇ ਦੌਰਾਨ ਉਹਨਾਂ ਨੇ SGPC ਦੇ ਨਾਲ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਿਸ਼ਾਨ ਸਾਹਿਬ ਨੂੰ ਖਾਲਿਸਤਾਨ ਦਾ ਨਾਮ ਦੇਣਾ, ਉਹਨਾਂ ਦੇ ਝੰਡੇ ਦਾ ਨਾਮ ਦੇਣਾ ਵੀ ਸਰਾਸਰ ਗਲਤ ਹੈ ਤੇ SGPC ਨੂੰ ਬਹੁਤ ਵਾਰੀ ਕਿਹਾ ਕਿ ਇਸ ਤੇ ਕਾਰਵਾਈ ਕਰੋ, ਪਰ ਉਹਨਾਂ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਹਦੇ ਬਾਰੇ ਕੀ ਕਹੋਗੇ? ਨਵਦੀਪ, ਬਿਲਕੁਲ ਸਹੀ ਹੈ, ਕਿਉਂਕਿ ਦੇਖੋ ਜਥੇਦਾਰ ਸਾਹਿਬ ਨੇ ਆਪਣੇ ਤੌਰ ਤੇ ਤਾਂ ਕਾਰਵਾਈ ਕਰਨੀ ਨਹੀਂ ਹੁੰਦੀ। ਇਹ ਸਿਸਟਮ ਦੇ ਦੋ ਪਹਿਲੂ ਹੈਗੇ ਆ। ਜਥੇਦਾਰ ਸਾਹਿਬ ਵੱਲੋਂ ਕੋਈ ਬਿਆਨ ਦੇਣਾ, ਫੈਸਲਾ ਦੇਣਾ ਇੱਕ ਵੱਖਰੀ ਗੱਲ ਹੈ, ਉਹਨੂੰ ਲਾਗੂ ਕਿਹਨੇ ਕਰਨਾ ਹੈ? ਲਾਗੂ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਜਿਹਨੇ ਅਮਲ 'ਚ ਲਿਆਉਣਾ। ਦੀ ਫੋਰਸ ਤਾਂ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸੋ ਜਥੇਦਾਰ ਸਾਹਿਬ ਨੇ ਬਿਲਕੁਲ ਜਿਹੜਾ ਇਹ ਗੱਲ ਠੀਕ ਕਹੀ ਕਿ ਜੇ ਕਿਸੇ ਪੁਲਿਸ ਅਧਿਕਾਰੀ ਨੂੰ, ਚਾਹੇ ਉਹਨੇ ਅਗਿਆਨਤਾ ਨਾਲ ਕੀਤਾ, ਚਾਹੇ ਜਾਣਬੁੱਝ ਕੇ ਕੀਤਾ, ਜਿਹੜੇ ਸਾਡੀ ਵਿਰਾਸਤ ਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਉਸ ਤਰ੍ਹਾਂ ਦੇ ਨਿਸ਼ਾਨ ਹੈ, ਸਿੱਖ ਪੰਥ ਦੇ ਨਿਸ਼ਾਨ ਹੈ, ਤੁਸੀਂ ਉਹਨਾਂ ਨਿਸ਼ਾਨੀਆਂ ਨੂੰ, ਉਹਨਾਂ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹੋ ਕਿ ਜੀ ਪਤਾ ਨਹੀਂ ਇਹ ਦੇਖੋ ਜੀ ਅਸੀਂ ਤਾਂ ਖਾਲਿਸਤਾਨ ਬਣਾਉਣ ਜਾ ਰਹੇ ਸੀ, ਉਹਨਾਂ ਦੀ ਨਿਸ਼ਾਨੀਆਂ ਫੜ ਲਈਆਂ, ਉਹਦੇ ਝੰਡੇ ਬਣ ਰਹੇ ਆ, ਉਹ ਇਹ ਹੋ ਰਿਹਾ, ਉਹ ਹੋ ਰਿਹਾ। ਇਹੋ ਜਿਹਾ ਜਿਹੜਾ ਇਹੀ ਦਾ ਮੁੱਦਾ ਨਾ, ਜਿਸ ਮੁੱਦੇ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕਿਹਾ ਵੀ ਕਿਉਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਇਸੇ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਇਸ ਮੁੱਦੇ ਤੇ ਕੇਸ ਦਰਜ ਕਰਾਉਣਾ ਚਾਹੀਦਾ ਹੈ ਤੇ ਕਾਰਵਾਈ ਕਰਨੀ ਚਾਹੀਦੀ ਹੈ। ਆਖਰ ਜੋ ਵੀ ਇਹਦੇ ਲਈ ਜਿਸਨੇ ਵੀ ਇਸ ਨੇ ਗਲਤੀ ਕੀਤੀ ਹੈ, ਦੇਖੋ ਜੀ ਅਸੀਂ ਕਿਸੇ ਬਾਰੇ ਜੇ ਸਰਕਾਰ ਇਹ ਕਹਿ ਸਕਦੀ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਕਾਰਵਾਈ ਕਰੇਗਾ ਤਾਂ ਜਿੱਡਾ ਵੱਡਾ ਮਰਜ਼ੀ ਇਨਸਾਨ ਹੋਵੇ ਉਹਦੇ ਤੇ ਜਿਹੜੀ ਹੈ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ। ਜੇ ਕਿਸੇ ਭਾਈਚਾਰੇ ਨੂੰ ਕੋਈ ਬਦਨਾਮ ਕਰਨ ਦੀ ਗੱਲ ਕਰਦਾ ਹੈ, ਉਹਦੀ ਵਿਰਾਸਤ ਨੂੰ, ਉਹਦੀਆਂ ਨਿਸ਼ਾਨੀਆਂ ਨੂੰ ਬਦਨਾਮ ਕਰਨ ਦੀ ਗਲਤ ਰੰਗਤ ਨਾਲ ਪੇਸ਼ ਕਰਦਾ ਹੈ, ਤਾਂ ਫਿਰ ਕਾਨੂੰਨ ਮੁਤਾਬਕ ਉਹਦੇ ਤੇ ਵੀ ਕਾਰਵਾਈ ਬਣਦੀ ਹੈ ਨਾ, ਹੋਣੀ ਚਾਹੀਦੀ ਹੈ। ਇਹਦੇ ਲਈ SGPC ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ। ਨਵਦੀਪ, ਜਦੋਂ SGPC ਦੇ ਮਾਮਲੇ 'ਚ ਆਪਾਂ ਗੱਲ ਕਰਦੇ ਹਾਂ, ਦੇਖੋ ਬਹੁਤ ਸਾਰੇ ਇਸ਼ੂ ਇਹੋ ਜਿਹੇ ਹੁੰਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਸਹੀ ਢੰਗ ਨਾਲ ਲਾਗੂ ਕਰੇ ਤਾਂ ਉਹ ਸਮੱਸਿਆਵਾਂ ਨਹੀਂ ਆਉਂਦੀਆਂ। ਸਮੱਸਿਆਵਾਂ ਇਸੇ ਕਰਕੇ ਆਉਂਦੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਇੰਪਲੀਮੈਂਟ ਨਹੀਂ ਕਰਦੀ, ਫਿਰ ਉਹ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ। ਕੋਈ ਕਹਿੰਦਾ ਜੀ ਇਹਦਾ ਪਰਿਵਾਰਵਾਦ ਦੀ ਲੜਾਈ ਹੈ, ਕੋਈ ਕਹਿੰਦੇ ਜੀ ਇੱਕ ਪਰਿਵਾਰ ਦਾ ਕਬਜ਼ਾ ਇਹਦੇ ਤੇ, ਉਹਦੇ ਮੁਤਾਬਕ ਚੱਲਦੇ ਆ। ਸੋ ਬਹੁਤ ਸਾਰੇ ਸਵਾਲ ਉੱਠਦੇ ਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਹੀ ਢੰਗ ਨਾਲ ਆਪਣੇ ਸਿਸਟਮ ਨੂੰ ਚਲਾਵੇ, ਜਿੱਦਾਂ ਜਥੇਦਾਰ ਨੇ ਕਿਹਾ ਜਿੱਥੇ ਕਾਰਵਾਈ ਕਰਨ ਦੀ ਜ਼ਰੂਰਤ ਉੱਥੇ ਕਾਰਵਾਈ ਕਰੇ, ਉਹ ਬਗੈਰ ਕਿਸੇ ਝਿਜਕ ਦੇ ਕਰੇ, ਬਗੈਰ ਕਿਸੇ ਡਰ ਭਾਵ ਦੇ ਕਰੇ, ਤਾਂ ਸ਼ਾਇਦ ਜਿਹੜੇ ਹੈਗਾ ਬਹੁਤ ਸਾਰੇ ਮਾਮਲਿਆਂ 'ਚ ਸਰਕਾਰਾਂ ਨੂੰ ਵੀ ਹਿੰਮਤ ਨਾ ਪਵੇ ਜਿਹੜਾ ਹੈਗਾ ਖਾਮ ਨੂੰ ਬਦਨਾਮ ਕਰਨ ਦੀ ਜਾਂ ਗਲਤ ਐਕਸ਼ਨ ਲੈਣ ਦੀ। ਬਿਲਕੁਲ ਸਿੱਧੂ ਸਾਹਿਬ, ਤਾਂ ਜਿਵੇਂ
ਮਾਨਸਾ, ਬਠਿੰਡਾ, ਤਲਵੰਡੀ ਸਾਬੋ ਉਹ ਏਰੀਆ ਜਿੱਥੇ ਦਾ ਬਹੁਤ ਸਾਰਾ ਯੂਥ ਹੈ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ। ਟੀਵੀ ਦੇ ਮਾਧਿਅਮ ਰਾਹੀਂ, ਫੇਸਬੁੱਕ ਦੇ ਮਾਧਿਅਮ ਰਾਹੀਂ ਤੇ YouTube ਦੇ ਮਾਧਿਅਮ ਰਾਹੀਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਸਾਨੂੰ ਵੇਖ ਰਹੇ ਨੇ, ਤਾਂ ਉਹ ਚਾਹੁੰਦੇ ਹੁੰਦੇ ਨੇ ਕਿ ਵਿਸਾਖੀ ਦੇ ਟਾਈਮ ਤੇ ਹੀ ਅਸੀਂ ਇੰਡੀਆ ਜਾਵਾਂਗੇ, ਕਿਉਂਕਿ ਪਿੰਡਾਂ ਦੇ ਵਿੱਚੋਂ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ, ਵੱਖੋ-ਵੱਖ ਪਿੰਡਾਂ ਦੇ ਉੱਥੇ ਲੰਗਰ ਬਣਦੇ ਨੇ, ਤਾਂ ਸਾਰੇ ਉਹ ਵੀ ਪੁਰਾਣਾ ਜਿਹੜਾ ਪੰਜਾਬ ਹੈ ਉਸ ਏਰੀਏ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਤਾਂ ਉਹ ਚਾਹੁੰਦੇ ਹੁੰਦੇ ਨੇ ਕਿ 3-4 ਦਿਨ ਜਿਹੜੇ ਵੀ ਹੁੰਦੇ ਨੇ ਉੱਥੇ ਸੇਵਾ ਕੀਤੀ ਜਾਵੇ। ਤਾਂ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਆਉਣਗੇ, ਬਹੁਤ ਸਾਰੇ ਸਾਡੇ ਯੂਥ ਇੱਥੋਂ ਦਾ, ਉਹ ਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੇ ਲਈ ਜਾਵੇਗਾ ਹੀ ਜਾਵੇਗਾ। ਤਾਂ ਸਿੱਧੂ ਸਾਹਿਬ, ਤੁਸੀਂ ਸਾਰਿਆਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ? ਨਦੀ ਬਹੁਤ ਵੱਡਾ ਮੌਕਾ ਹੁੰਦਾ ਸਾਡੇ ਸਾਰਿਆਂ ਦੇ ਲਈ ਨਤਮਸਤਕ ਹੋਣ ਦਾ। ਸਭ ਤੋਂ ਵੱਡੀ ਗੱਲ ਹੈ, ਦੇਖੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੀਦਾ। ਜੜ੍ਹਾਂ ਕੀ ਹੈ? ਖਾਲਸਾ ਸਾਜਨਾ ਦਿਵਸ ਤੋਂ ਸਾਡੀ ਤਾਂ ਜੜ ਹੀ ਇੱਕੋ ਹੈ ਜੀ। ਉਸ ਜੜ ਦਾ ਦਿਵਸ ਮਨਾਇਆ ਜਾ ਰਿਹਾ ਹੈ, ਖਾਲਸਾ ਸਾਜਨਾ ਦਿਵਸ ਦਾ। ਸੋ ਇਸ ਕਰਕੇ ਉਹਦੇ ਨਾਲ ਜੁੜਨ ਲਈ ਇਹੀ ਸਭ ਤੋਂ ਵੱਡੀ ਗੱਲ ਹੈ। ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਅਕਸਰ ਜਿੱਦਾਂ ਆਪਾਂ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ ਜਾਂ ਬਾਕੀ ਜਿਹੜੀਆਂ ਧਾਰਮਿਕ ਹਸਤੀਆਂ ਉਹਨਾਂ ਦਾ ਜ਼ਿਕਰ ਕਰਦੇ ਹਾਂ, ਗੱਲ ਕਰਦੇ ਹਾਂ ਉਹਨਾਂ ਬਾਰੇ, ਤਾਂ ਇਹੀ ਹੁੰਦਾ ਨਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨੂੰ ਆਪਣੀਆਂ ਜੜ੍ਹਾਂ ਨਾਲ, ਆਪਣੀ ਵਿਰਾਸਤ ਨਾਲ, ਜਿਹੜਾ ਹੈਗਾ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ। ਤੇ ਇਹੋ ਜਿਹੇ ਮੌਕੇ ਹੁੰਦੇ ਆ ਜਦੋਂ ਤੁਸੀਂ ਉਹਨਾਂ ਨੂੰ ਪੈਗਾਮ ਦੇ ਸਕਦੇ ਹੋ। ਸੋ ਨਵੀਂ ਪੀੜ੍ਹੀ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਆਪਣੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ, ਜਿੱਦਾਂ ਤੁਸੀਂ ਕਿਹਾ, ਜੇ ਦਮਦਮਾ ਸਾਹਿਬ ਆ ਸਕਦੇ, ਮੈਂ ਕਹਿੰਦਾ ਉਹਨਾਂ ਦੇ ਧੰਨ ਭਾਗ ਹੈ ਜਿਹੜੇ ਉੱਥੇ ਜਾ ਸਕਦੇ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜੁੜਨਾ ਚਾਹੀਦਾ ਔਰ ਇੱਕ ਮੈਸੇਜ ਦੇਣਾ ਚਾਹੀਦਾ। ਦੇਖੋ ਇੱਕ ਨਾ ਬੜੀ ਪਿਛਲੇ ਸਮੇਂ 'ਚ ਗਲਤ ਧਾਰਨਾ, ਜੇ ਸਿੱਖ ਭਾਈਚਾਰਾ ਕੋਈ ਇਕੱਠ ਕਰਦਾ ਤਾਂ ਸਮਝੇ ਜਾਂਦੇ ਤਾਂ ਆਪਾਂ ਪਹਿਲਾਂ ਕਹਿੰਦੇ ਪਤਾ ਨਹੀਂ ਕੀ ਕੋਈ ਗੜਬੜ ਹੋਣ ਜਾ ਰਹੀ ਹੈ। ਸਾਨੂੰ ਇਹ ਸੁਨੇਹਾ ਦੇਣਾ ਚਾਹੀਦਾ, ਅਸੀਂ ਗੁਰੂ ਸਾਹਿਬਾਨ ਦੇ ਆਪਣੇ ਵਿਰਾਸਤ ਨਾਲ, ਆਪਣੀ ਜੜ੍ਹਾਂ ਨਾਲ ਜੁੜਨ ਦੀ ਗੱਲ ਕਰਦੇ ਹਾਂ। ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ, ਨਾ ਸਾਨੂੰ ਕਿਸੇ ਤੋਂ ਡਰਨ ਦੀ ਇੱਦਾਂ ਦੀ ਜ਼ਰੂਰਤ ਹੈਗੀ ਹੈ। ਸੋ ਨਵੀਂ ਪੀੜ੍ਹੀ ਜਾਏਗੀ ਤਾਂ ਮਾਹੌਲ ਹੀ ਵੱਖਰਾ ਹੋਏਗਾ। ਔਰ ਜਿਸ ਤਰ੍ਹਾਂ ਤੁਸੀਂ ਲੰਗਰ ਦੀ ਨਵਦੀਪ ਗੱਲ ਕੀਤੀ ਹੈ, ਕਿਆ ਕਮਾਲ ਹੈ। ਦੇਖੋ ਦੁਨੀਆ ਭਰ 'ਚ ਇੱਕ ਮੈਸੇਜ ਦਿੱਤਾ ਹੈ ਖਾਲਸੇ ਨੇ ਲੰਗਰ ਦਾ ਕਿ ਕਿਸ ਤਰ੍ਹਾਂ ਲੰਗਰ ਸਜਾਉਂਦੇ ਆ। ਇਸ ਤੋਂ ਬਾਅਦ ਦੂਜਿਆਂ ਧਰਮਾਂ 'ਚ ਵੀ ਇਹ ਪ੍ਰਥਾ ਚੱਲੀ ਹੈ ਹੁਣ ਕਿ ਵੀ ਉੱਥੇ ਲੰਗਰ ਲਾਏ ਜਾਣ, ਲੰਗਰ ਸਜਾਏ ਜਾਣ। ਸੋ ਇਹ ਲੰਗਰ ਬਦਲਦੇ ਰੂਪ 'ਚ ਵੀ ਜਾਂਦਾ ਰਹਿੰਦਾ। ਜਿੱਥੇ ਕਿਤੇ ਮਾਨਵਤਾ 'ਚ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ, ਉੱਥੇ ਵੀ ਸਾਡਾ ਭਾਈਚਾਰਾ, ਉਹਨਾਂ ਦੀਆਂ ਸੰਸਥਾਵਾਂ ਲੰਗਰ ਲੈ ਕੇ ਜਾਂਦੀਆਂ। ਸੋ ਅਸੀਂ ਨਤਮਸਤਕ ਹੁੰਦੇ ਹਾਂ ਇਹੋ ਜਿਹੇ ਭਾਈਚਾਰੇ ਅੱਗੇ, ਇਹੋ ਜਿਹੇ ਫਲਸਫੇ ਅੱਗੇ। ਤੇ ਬਿਲਕੁਲ ਸਹੀ ਤੁਸੀਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਵਿਸਾਖੀ ਦਾ ਦਿਹਾੜਾ ਹੈ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਜ਼ਰੂਰਤ ਹੈ ਔਰ ਗੁਰਦੁਆਰਾ ਸਾਹਿਬ ਜਾ ਕੇ ਸਭ ਨੂੰ ਨਤਮਸਤਕ ਹੋਣ ਦੀ ਆਪਣੀ ਜਿਹੜੀ ਖਾਸ਼ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਸਿੱਧੂ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਭ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੀ ਬੇਹੱਦ ਜ਼ਰੂਰਤ ਹੈ, ਤਾਂ ਅਸੀਂ ਬੜੇ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਗਏ, ਉੱਥੋਂ ਜਾ ਕੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਸਥਾਪਿਤ ਕੀਤੇ, ਉੱਥੇ ਸਾਡਾ ਯੂਥ ਵੀ ਹੈ, ਉੱਥੇ ਸਾਡੇ ਬੱਚੇ ਵੀ ਨੇ, ਨੌਜਵਾਨ ਵਰਗ ਹੈ। ਤਾਂ ਬਾਹਰਲੇ ਕੰਟਰੀਜ਼ ਦੇ ਵਿੱਚ ਗੁਰੂ ਘਰ ਸਥਾਪਿਤ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਸੁਸ਼ੋਭਿਤ ਕਰਨਾ, ਤੇ ਉਸ ਤੋਂ ਬਾਅਦ ਬਾਕੀ ਕਮਿਊਨਿਟੀਜ਼ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣਾ ਬਹੁਤ ਹੀ ਵੱਡਾ ਉਪਰਾਲਾ ਹੈ। ਤਾਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਖਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ, ਹਰ ਉਹ ਥਾਂ ਜਿੱਥੇ ਸਿੱਖ ਕੌਮ ਵਸਦੀ ਹੈ ਉੱਥੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਗੁਰੂ ਘਰਾਂ ਦੇ ਵਿੱਚ ਸਮਾਗਮ ਵੀ ਕਰਵਾਏ ਜਾ ਰਹੇ ਨੇ। ਸਿੱਧੂ ਸਾਹਿਬ, ਕੀ ਕਹਿਣਾ ਚਾਹੋਗੇ ਉਹਨਾਂ ਪੰਜਾਬੀਆਂ ਦੇ ਲਈ? ਬਿਲਕੁਲ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਨਵਦੀਪ, ਬਹੁਤ ਵੱਡਾ ਮੌਕਾ ਹੈ ਸਾਨੂੰ ਸੇਵਾ ਕਰਨ ਦਾ, ਸਾਨੂੰ ਗੁਰੂ ਘਰਾਂ 'ਚ ਜਾ ਕੇ ਜਿਹੜਾ ਹੈਗਾ ਆਪਣੇ ਫਲਸਫੇ ਨਾਲ, ਆਪਣੇ ਸਿਧਾਂਤ ਨਾਲ ਜੁੜਨ ਦਾ। ਇੱਕ ਨਾ ਸਿੱਖ ਭਾਈਚਾਰਾ ਮਹਾਸ਼ਕਤੀ ਦੇ ਤੌਰ 'ਤੇ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਇੱਕ ਕੱਲ੍ਹ ਜਦੋਂ ਆਪਾਂ ਇਸ ਦੀ ਗੱਲ ਕਰ ਰਹੇ, ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਦੇਖੋ, ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਕਿਹਾ? ਉਹਨੇ ਕਿਹਾ ਜੇ ਸਾਡੀ ਤੁਸੀਂ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੋਗੇ ਪੰਜਾਬ ਵਿੱਚ ਤਾਂ ਅਸੀਂ ਕਹਿੰਦੇ ਬੰਗਾਲ 'ਚ ਜਾਵਾਂਗੇ, ਅਸੀਂ ਗੁਜਰਾਤ 'ਚ ਜਾਵਾਂਗੇ, ਅਸੀਂ ਬਿਹਾਰ 'ਚ ਜਾਵਾਂਗੇ। ਜਾਣੀ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਸਾਰਾ ਹਿੰਦੁਸਤਾਨ ਸਾਡਾ ਹੈ। ਬਿਲਕੁਲ। ਜੇ ਕੋਈ ਸਰਕਾਰ, ਜੇ ਪੰਜਾਬ ਸਰਕਾਰ ਦੀ ਵੀ ਗੱਲ ਕਰ ਰਹੇ ਹੋਣਗੇ, ਉਹ ਸਿੱਧੇ ਤੌਰ 'ਤੇ ਨਾਂ ਨਹੀਂ ਲਿਆ ਸਰਕਾਰ ਦਾ ਉਹਨਾਂ ਨੇ, ਜੇ ਪੰਜਾਬ 'ਚੋਂ ਕਹਿੰਦੇ ਸਾਡੀ ਆਵਾਜ਼ ਦਵਾਈ ਜਾਏਗੀ ਤਾਂ ਦੇਸ਼ ਦੇ ਦੂਜੇ ਸੂਬਿਆਂ, ਕਿਉਂਕਿ ਸਿੱਖ ਭਾਈਚਾਰਾ ਤਾਂ ਹਰ ਥਾਂ ਦੇ ਉੱਤੇ ਬੈਠਾ ਹੈ, ਅਸੀਂ ਦੂਜੇ ਸੂਬਿਆਂ 'ਚ ਜਾ ਕੇ ਵੀ ਆਪਣੀ ਆਵਾਜ਼ ਜਿਹੜੀ ਹੈਗੀ ਹੈ ਬੁਲੰਦ ਕਰਾਂਗੇ। ਜੇ ਕਹਿੰਦੇ ਦੂਜੇ ਸੂਬਿਆਂ 'ਚ ਵੀ ਸਾਡੀ ਆਵਾਜ਼ ਨਹੀਂ ਸੁਣੀ ਜਾਏਗੀ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਤਾਂ ਫਿਰ ਵਿਦੇਸ਼ਾਂ 'ਚ ਵੀ ਸਾਡੀ ਆਵਾਜ਼ ਸੁਣਾਈ ਦੇਗੀ। ਸੋ ਕੌਮਾਂਤਰੀ ਭਾਈਚਾਰਾ ਇੱਕ ਬੜਾ ਆਪਣੇ ਆਪ ਨੂੰ ਨਾ, ਤੁਹਾਨੂੰ ਆਪਣੀ ਸਮਰੱਥਾ, ਆਪਣੀ ਤਾਕਤ ਵੀ ਮਹਿਸੂਸ ਹੁੰਦੀ ਹੈ ਕਿ ਕੌਮਾਂਤਰੀ ਭਾਈਚਾਰਾ ਜੇ ਅਸੀਂ ਆਪਣੀ ਭਾਈਚਾਰੇ ਲਈ ਕੋਈ ਗੱਲ ਕਰਦੇ ਹਾਂ, ਕੰਮ ਕਰਦੇ ਹਾਂ ਔਰ ਜਾਇਜ਼ ਆਵਾਜ਼ ਉਠਾਉਂਦੇ ਹਾਂ,
ਤਾਂ ਹੁਣ ਉਹ ਸਮੇਂ ਨਿਕਲ ਗਏ ਨਵਦੀਪ ਜਦੋਂ ਇੱਦਾਂ ਕਿਸੇ ਦੀ ਆਵਾਜ਼ ਬੰਦ ਕੀਤੀ ਜਾ ਸਕਦੀ ਸੀ ਤੇ ਪਤਾ ਵੀ ਨਹੀਂ ਸੀ ਲੱਗਦਾ ਕਿ ਕੀ ਆਜ਼ਾਦੀ ਹੋਈ। ਹੁਣ ਤਾਂ ਇੱਕ ਜਗ੍ਹਾ ਤੋਂ ਆਵਾਜ਼ ਜਿਹੜੀ ਕਿ ਦਬਾਉਣ ਦੀ ਕੋਈ ਕੋਸ਼ਿਸ਼ ਕਰੇਗਾ, ਦੇਸ਼ ਦੇ ਦੂਜੇ ਕੋਨੇ 'ਚ ਉੱਠਦੀ ਹੈ, ਦੂਜੇ 'ਚ ਨਹੀਂ ਉੱਠੇਗੀ ਤਾਂ ਵਿਦੇਸ਼ਾਂ 'ਚ ਉੱਠੇਗੀ ਜਿਹੜੀ ਹੈਗੀ ਹੈ। ਜਿੱਥੋਂ ਤੱਕ ਸਵਾਲ ਹੈਗਾ ਸਾਡੇ ਭਾਈਚਾਰੇ ਦਾ, ਇਹ ਸੋਚ ਦਾ ਜਿਹੜਾ ਹੈਗਾ, ਹਮੇਸ਼ਾ ਅਸੀਂ ਦੁਨੀਆ ਭਰ 'ਚ ਬੈਠਾ ਭਾਈਚਾਰਾ ਇਹ ਵੀ ਕਹਿੰਦਾ ਕਿ ਹਿੰਦੁਸਤਾਨ ਭਾਰਤ ਜੀ ਦੀ ਆਪਾਂ ਗੱਲ ਕਰਦੇ ਹਾਂ ਜਿਹੜਾ ਹੈਗਾ, ਉਹ ਸਾਰੇ ਚਾਹੁੰਦੇ ਆ ਕਿ ਅਖੰਡ ਰਹਿਣਾ ਚਾਹੀਦਾ, ਤਰੱਕੀ ਕਰਨੀ ਚਾਹੀਦੀ ਹੈ, ਪੰਜਾਬ ਨੂੰ ਤਰੱਕੀ ਕਰਨੀ ਚਾਹੀਦੀ ਹੈ, ਦੁਨੀਆ 'ਚ ਬੈਠਾ ਭਾਈਚਾਰਾ ਉਹ ਤਰੱਕੀ ਕਰੇ। ਪਰ ਨਾਲ ਦੀ ਨਾਲ ਉਹ ਇਹ ਵੀ ਚਾਹੁੰਦੇ ਹੈ ਕਿ ਸਾਨੂੰ ਆਪਣੀ ਵਿਰਾਸਤ ਜਿਹੜੀ ਹੈਗੀ ਆ ਉਹ ਵੀ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ। ਜਿੰਨੀ ਇਹਨਾਂ ਦੀ ਇੱਕ ਸਿੰਪਲ ਜਿਹਾ ਸਾਦਾ ਜਿਹਾ ਫਾਰਮੂਲਾ ਹੈ, ਜੇ ਕਿਸੇ ਦਰਖਤ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਹੀ ਉਹ ਹਰਾ ਭਰਾ ਰਹਿ ਸਕਦਾ ਹੈ। ਇਸ ਕਰਕੇ ਸਾਨੂੰ ਆਪਣੀ ਜੜ੍ਹਾਂ ਮਜ਼ਬੂਤ ਰੱਖਣ ਦੀ ਜ਼ਰੂਰਤ ਹੈ। ਸਭ ਤੋਂ ਵੱਡਾ ਸੁਨੇਹਾ ਸਾਜਨਾ ਦਿਵਸ ਦਾ ਇਹੀ ਹੈ ਜੀ। ਬਿਲਕੁਲ, ਤਾਂ ਸਿੱਧੂ ਸਾਹਿਬ ਵੱਲੋਂ ਸਾਰੇ ਹੀ ਸਿੱਖ ਕੌਮ ਦੇ ਲਈ ਬਹੁਤ ਹੀ ਵੱਡਾ ਸੁਨੇਹਾ ਦਿੱਤਾ ਗਿਆ ਕਿ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰੋ ਜੀ, ਅਸੀਂ ਦਰਖਤ ਹੈ ਜਿਹੜਾ ਉਹ ਹਰਾ ਭਰਾ ਰੱਖਣਾ। ਸੋ ਫਿਲਹਾਲ ਇੱਕ ਵੇਲਾ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ, ਦਰਸ਼ਕਾਂ ਨੇ ਜਾਣਾ ਕਿਤੇ ਨਹੀਂ ਜੀ। ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਖਾਲਸਾ ਸਾਜਨਾ ਦਿਵਸ ਦੀ, ਗੱਲਬਾਤ ਹੋ ਰਹੀ ਸੀ ਵਿਸਾਖੀ ਦੇ ਦਿਹਾੜੇ ਤੇ ਮੱਦੇ ਨਜ਼ਰ। ਤਾਂ ਵਿਸਾਖੀ ਦਾ ਦਿਹਾੜਾ ਕਿਸ ਤਰੀਕੇ ਦੇ ਨਾਲ ਪ੍ਰਚਲਿਤ ਹੈ, ਲਾਲਾ ਧਨੀ ਰਾਮ ਚਾਤ੍ਰਿਕ ਦੀਆਂ ਉਹ ਸਤਰਾਂ ਯਾਦ ਆ ਜਾਂਦੀਆਂ ਨੇ ਕਿ ਜਦੋਂ ਕਹਿੰਦੇ ਸੀਗੇ ਕਿ ਤੂੜੀ ਤੰਦ ਸਭ ਕੁਝ ਸੰਭਾਲ ਕੇ ਜਿਹੜਾ ਜੱਟ ਹੈ ਉਹ ਮੇਲੇ ਨੂੰ ਜਾਂਦਾ ਹੈ, ਤਾਂ ਮੇਲੇ ਦੀਆਂ ਤਿਆਰੀਆਂ ਹੁੰਦੀਆਂ ਨੇ, ਸ਼ਾਹੂਕਾਰ ਤੋਂ ਪੈਸੇ ਲੈ ਲੈਂਦਾ, ਪੂਰੇ ਪਰਿਵਾਰ ਨੂੰ ਮਿੱਲਾ ਘੁਮਾਉਂਦਾ ਹੈ। ਤਾਂ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਉਹ ਕਵਿਤਾ ਲਿਖੀ ਸੀ ਤਾਂ ਸ਼ਾਇਦ ਜੱਟ, ਸ਼ਾਇਦ ਕਿਸਾਨ ਉਸ ਹਿਸਾਬ ਦਾ ਹੋਏਗਾ। ਪਰ ਜੇ ਅੱਜ ਦੇ ਕਿਸਾਨ ਦੀ ਗੱਲ ਕੀਤੀ ਜਾਵੇ, ਅੱਜ ਦਾ ਕਿਸਾਨ ਤੇ ਜੇ ਸਰਕਾਰਾਂ ਦਾ ਵੀ ਕਹਿਰ ਹੈ, ਸਰਕਾਰਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੰਦੀਆਂ, ਤਾਂ ਉੱਥੇ ਹੀ ਕੁਦਰਤ ਨੇ ਵੀ ਉਹਨਾਂ ਤੇ ਬੇਹੱਦ ਕਹਿਰ ਢਾਇਆ ਹੋਇਆ ਹੈ। ਆਹ ਦਿਨਾਂ ਦੇ ਦੌਰਾਨ ਪਿਛਲੇ 15 ਦਿਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਕਦੋਂ ਧੁੱਪ ਆ ਜਾਂਦੀ ਹੈ, ਕਦੋਂ ਬੱਦਲ ਹੋ ਜਾਂਦੇ ਨੇ ਤੇ ਕਦੋਂ ਗੜੇਮਾਰੀ ਦੇ ਨਾਲ ਕਣਕ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ। ਇਹ ਸਭ ਕੁਝ ਜਗ ਜ਼ਾਹਿਰ ਹੈ ਕਿਉਂਕਿ ਲਗਾਤਾਰ ਆਪਣੇ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਤੁਹਾਡੇ ਤੱਕ ਅਸੀਂ ਤਸਵੀਰਾਂ ਪਹੁੰਚਾਉਂਦੇ ਰਹਿੰਦੇ ਹਾਂ ਕਿ ਕਿਵੇਂ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ, ਪਾਣੀ ਭਰ ਗਿਆ, ਕਣਕਾਂ ਕਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਵਿਛ ਗਈਆਂ ਨੇ। ਤਾਂ ਅਸੀਂ ਕਹਾਂਗੇ ਕਿ ਭਾਵੇਂ ਕਿ ਸਰਕਾਰਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ, ਤਾਂ ਮੁੱਖ ਮੰਤਰੀ ਸਾਹਿਬ ਤਾਂ ਅੱਜ ਇੱਕ ਏਰੀਏ ਦੇ ਵਿੱਚ ਮੁਆਵਜ਼ਾ ਦੇਣ ਦੇ ਲਈ ਜਾ ਵੀ ਰਹੇ ਨੇ। ਤਾਂ ਉੱਥੇ ਹੀ ਇੱਕ ਅਹਿਮ ਖਬਰ ਇਹ ਵੀ ਹੈ ਕਿ ਕੇਂਦਰ ਵੱਲੋਂ ਵੀ ਕੁਝ ਜਾਂਚ ਟੀਮਾਂ ਭੇਜੀਆਂ ਗਈਆਂ ਨੇ, ਜਿਸ ਬਾਰੇ ਆਪਾਂ ਸਿੱਧੂ ਸਾਹਿਬ ਤੋਂ ਜਾਣਕਾਰੀ ਹਾਸਲ ਕਰਾਂਗੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਦੇਖੋ ਇਹ ਪੰਜਾਬ 'ਚ ਤਾਂ ਹੈ ਹੀ ਹੈ। ਮੈਂ ਕਹਾਂਗਾ ਕਿ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਆਪਣਾ ਗੁਆਂਢ 'ਚ ਹਰਿਆਣਾ ਹੈ, ਰਾਜਸਥਾਨ ਹੈ, ਬਾਕੀ ਰਾਜਾਂ ਦੇ ਵਿੱਚ ਵੀ ਐਤਕੀ ਵੱਡੀ ਕਰੋਪੀ ਇਹ ਹੋਈ ਹੈ ਕਿ ਬੇਮੌਸਮੀ ਬਾਰਿਸ਼ਾਂ ਹੋਈਆਂ, ਗੜੇਮਾਰ ਹੋਈ ਹੈ, ਤੇਜ਼ ਹਵਾਵਾਂ ਚੱਲੀਆਂ, ਤਾਂ ਉਹਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਮੈਂ ਵੱਖ-ਵੱਖ ਕਿਸਾਨਾਂ ਨਾਲ, ਪੰਜਾਬ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਦਾ ਕਹਿਣਾ ਸੀ ਦੇਖੋ ਨੁਕਸਾਨ ਤਾਂ ਚਲੋ ਅੱਗੇ ਵੀ ਹੁੰਦਾ ਹੈ, ਪਰ ਐਤਕੀ ਇੱਕ ਵੱਡੀ ਗੱਲ ਇਹ ਹੋਈ ਹੈ ਕਿ ਪੰਜਾਬ ਦੇ ਇੱਕ ਹਿੱਸੇ ਤੋਂ ਲੈ ਕੇ ਦੂਜੇ ਹਿੱਸੇ ਤੱਕ ਸਾਰੇ ਪੰਜਾਬ 'ਚ ਹੀ ਨੁਕਸਾਨ ਹੋਇਆ। ਕਈ ਵਾਰ ਅੱਗੇ ਹੁੰਦਾ ਸੀ ਕਿ ਗੜੇਮਾਰ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਗੜੇਮਾਰ ਹੁੰਦੀ ਹੈ ਤਾਂ ਕੁਛ ਜ਼ਿਲ੍ਹਿਆਂ ਦਾ, ਕੁਛ ਬੈਲਟ, ਕੁਛ ਖੇਤਰ ਏਰੀਆ ਜਿੱਥੇ ਗੜੇਮਾਰ ਹੋਈ ਤੇ ਉਹਦੇ ਤੇ ਮੁਆਵਜ਼ਾ ਵਗੈਰਾ ਸਰਕਾਰ ਜਿੱਦਾਂ ਵੀ ਉਹ ਸਿਸਟਮ ਹੈ ਉਹ ਕਰਦੇ ਆ ਜੀ। ਪਰ ਇਸ ਵਾਰ ਤਾਂ ਪੂਰਾ ਪੰਜਾਬ ਹੀ ਦਰੜਿਆ ਗਿਆ ਨਾ। ਇੰਨਾ ਵੱਡਾ ਨੁਕਸਾਨ, ਕੁਛ ਕਿਸਾਨ ਇਹ ਕਹਿ ਰਿਹਾ ਹੈ ਕਿ ਵੀ ਜਦੋਂ ਅਸੀਂ ਆਪਣੇ ਖੇਤਾਂ 'ਚ ਜਾ ਕੇ ਕਈਆਂ ਨੇ ਦੇਖਿਆ ਤਾਂ ਉਹਨਾਂ ਦੀ ਫਸਲ ਇਸ ਕਦਰ ਜਿਹੜੀ ਟੁੱਟ ਚੁੱਕੀ ਸੀ ਜਿਵੇਂ ਕੰਬਾਈਨ ਲੰਗੀ ਹੁੰਦੀ ਹੈ ਖੇਤ ਦੇ ਵਿੱਚ ਦੀ ਬੁਰੀ ਤਰ੍ਹਾਂ। ਜਿਹੜੀ ਕਿਉਂਕਿ ਕਣਕ ਦਾ ਜਿਹੜਾ ਨਾੜ ਹੁੰਦਾ ਹੈ ਉਹ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ, ਜਦੋਂ ਜ਼ੋਰ ਦੀ ਗੜੇ ਪਏ, ਡਿੱਗੇ ਬਾਰ-ਬਾਰ ਜਿਹੜਾ ਹੈਗਾ ਤਾਂ ਉਹ ਬੱਲੀਆਂ ਟੁੱਟ ਗਈਆਂ, ਜਿਹੜੀਆਂ ਹੈਗੀਆਂ ਉਹਨਾਂ ਦੇ ਨਾੜ ਟੁੱਟ ਗਏ, ਜਿਹੜੇ ਹੈਗਾ ਬਹੁਤ ਵੱਡੀ ਤਬਾਹੀ ਉਹਦੀ। ਉਹ ਤਬਾਹੀ ਦੀ ਦੇਖੋ ਇੱਕ ਤਾਂ ਇੱਕ ਵੱਡੀ ਵਜ੍ਹਾ ਇਹ ਹੋ ਗਈ ਕਿ ਜਦੋਂ ਫਸਲ ਪੱਕਣ ਦੇ ਮੌਕੇ 'ਤੇ ਸੀ ਇੱਕ ਸੁਪਨਾ ਸਿਰਜਿਆ ਹੁੰਦਾ ਨਾ, ਜਦੋਂ ਤੁਸੀਂ ਧਨੀ ਰਾਮ ਦੀ ਗੱਲ ਕਰ ਰਹੇ ਸੀ, ਇੱਕ ਸੁਪਨਾ ਸਿਰਜਿਆ ਹੁੰਦਾ ਕਿ ਸਾਡੇ ਫਸਲ ਘਰ 'ਚ ਆਏਗੀ ਤੇ ਅੱਗੇ ਪ੍ਰੋਗਰਾਮ ਬਣਾਏ ਹੁੰਦੇ ਆ ਕਿ ਅਸੀਂ ਕਰਜ਼ਾ ਮੋੜਨਾ, ਬੱਚਿਆਂ ਦੀ ਫੀਸਾਂ ਦੀ ਗੱਲ ਹੈ, ਕੋਈ ਹੋਰ ਵਿਆਹ ਸ਼ਾਦੀਆਂ, ਕਾਰੋਬਾਰ, ਜਿੱਦਾਂ ਵੀ ਲੋਕਾਂ ਦੇ ਆਪਣੋ ਆਪਣੇ ਸਿਲਸਿਲੇ ਹੈਗੇ ਆ, ਉਹ ਸਾਰਾ ਕੁਝ ਹੁੰਦਾ ਕਿ ਫਸਲ ਆਉਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੁਣ ਫਸਲ ਤਾਂ ਖੇਤਾਂ 'ਚ ਹੀ ਨਵਦੀਪ ਤਬਾਹ ਹੋ ਗਈ ਹੈ, ਘਰੇ ਆਉਣ ਨੂੰ ਬਹੁਤਾਂ ਤਾਂ ਰਿਹਾ ਹੀ ਕੁਛ ਨਹੀਂ, ਜਾਂ ਜੇ ਰਿਹਾ ਤਾਂ ਉਹਨਾਂ ਦੇ ਖਰਚੇ ਵੀ ਨਹੀਂ ਪੂਰੇ ਹੋਣੇ।
ਜਿਹੜੀ ਇਸ ਸਥਿਤੀ ਜਿਹੜੀ ਇਸ ਵੇਲੇ ਬਣੀ ਹੈ ਉਹਦਾ ਸਭ ਤੋਂ ਵੱਡਾ ਮਾੜਾ ਪਹਿਲੂ ਇੱਕ ਨਵਦੀਪ ਇਹ ਹੀ ਹੈ ਕਿ ਫਸਲ ਉਹਨਾਂ ਨੇ ਪਾਲ ਕੇ ਵੱਡੀ ਕੀਤੀ ਜੀ। ਉਹਨਾਂ ਨੇ ਖਾਦ ਪਾਈ, ਉਹਨਾਂ ਨੇ ਉਹਦੇ 'ਤੇ ਸਪਰੇਆਂ ਕੀਤੀਆਂ, ਪਾਣੀ ਲਾਏ, ਸੰਭਾਲਿਆ ਉਸ ਨੂੰ, ਸਾਰੇ ਖਰਚੇ ਜਦੋਂ ਕਰਕੇ ਹੁਣ ਜਦੋਂ ਫਸਲ ਕੱਟਣ ਦਾ ਮੌਕਾ ਆ ਕੇ ਉਹਨਾਂ ਨੇ ਆਪਣੇ ਮੰਡੀਆਂ 'ਚ ਲੈ ਕੇ ਆਉਣੀ ਸੀ ਫਸਲ, ਤਾਂ ਉਸ ਵੇਲੇ ਜਿਹੜੀ ਹੈਗੀ ਆ ਬਰਬਾਦੀ ਹੋ ਗਈ ਹੈ। ਮੈਂ ਕਈ ਕਿਸਾਨਾਂ ਦੀਆਂ ਅੱਖਾਂ 'ਚ ਹੰਝੂ ਉਹਨੂੰ ਰੋਂਦੇ ਦੇਖਿਆ ਹੈ। ਇਹਦਾ ਇੱਕ ਵੱਡਾ ਇਹ ਵੀ ਹੈ ਕਿ ਪੰਜਾਬ 'ਚ ਹੁਣ ਉਸ ਤਰ੍ਹਾਂ ਦੀ ਵੱਡੀ ਖੇਤੀ ਨਹੀਂ ਹੈਗੀ ਕਿ ਵੀ ਆਪਾਂ ਕਹੀਏ ਉੱਥੇ 100 ਏਕੜ ਦੇ ਮਾਲਕ ਹੈ, 50 ਏਕੜ ਦੇ ਮਾਲਕ ਹੈ। ਨੋਰਮਲੀ ਜਿਹੜਾ ਸਧਾਰਨ ਕਿਸਾਨ ਆ ਪੰਜਾਬ ਦਾ ਛੋਟਾ ਕਿਸਾਨ ਹੈ ਜੀ। ਕਿਸੇ ਦੀ 2.5 ਏਕੜ ਹੈ, ਕਿਸੇ ਦੀ 3 ਏਕੜ ਹੈ, ਕਿਸੇ ਦੀ 5 ਏਕੜ ਹੈ, ਕਿਸੇ ਨੇ ਠੇਕੇ ਤੇ ਲਏ ਹੋਇਆ, ਕੋਈ ਸਬਜ਼ੀ ਬੀਜਦਾ, ਕੋਈ ਕੁਛ ਕਰਦਾ ਹੈ, ਕੋਈ ਦੁੱਧ ਦਾ ਕੰਮ ਕਰਦਾ ਹੈ। ਯਾਨੀ ਸਾਰੇ ਕਾਰੋਬਾਰ ਹੀ ਪ੍ਰਭਾਵਿਤ ਹੋਏ ਆ। ਮੈਂ ਹੁਣੇ ਦੇਖ ਰਿਹਾ ਸੀਗਾ ਕਿ ਫਸਲ ਤਾਂ ਬਰਬਾਦ ਹੋਈ ਹੈ, ਸਹਾਇਕ ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਆ ਜੀ। ਹੁਣ ਜੇ ਆਪਾਂ ਡੇਅਰੀ ਧੰਦੇ ਦੀ ਗੱਲ ਕਰ ਲਈਏ, ਚਾਰੇ ਨੂੰ ਇੰਨੀ ਵੱਡੀ ਮਾਰ ਪਈ ਹੈ, ਚਾਰਾ ਵੀ ਬੁਰੀ ਤਰ੍ਹਾਂ ਬਰਬਾਦ ਹੋਇਆ। ਜਿਹੜਾ ਖੇਤਾਂ 'ਚ ਇਸ ਵੇਲੇ ਹਰਾ ਚਾਰਾ ਖੜਾ ਸੀ ਉਹ ਵੀ ਤਬਾਹ ਹੋਇਆ। ਉਹ ਕੇਵਲ ਇੰਨੀ ਗੱਲ ਨਹੀਂ, ਇੱਕ ਵੱਡੀ ਗੱਲ ਇਹ ਵੀ ਬਣ ਗਈ ਹੈ ਕਿ ਹੁਣ ਜਿਸ ਕਦਰ ਕਣਕਾਂ ਟੁੱਟ ਗਈਆਂ, ਤਬਾਹ ਹੋ ਗਈਆਂ, ਬਰਬਾਦ ਹੋ ਗਈਆਂ, ਹੁਣ ਤੂੜੀ ਦੀ ਬਹੁਤ ਵੱਡੀ ਸਮੱਸਿਆ ਹੈ ਕਿ ਇਹ ਤੂੜੀ ਇੱਕ ਐਸਾ ਹੈਗਾ ਭੰਡਾਰ ਹੈ, ਜਦੋਂ ਇਕੱਠਾ ਕਰਦੇ ਆ, ਕੱਟਦੇ ਆ, ਤਾਂ ਸਾਰਾ ਸਾਲ ਉਹ ਆਉਂਦੀ ਫਸਲ ਤੱਕ ਤੂੜੀ ਨੂੰ ਇਸਤੇਮਾਲ ਕਰਦੇ ਆ। ਹੁਣ ਡੰਗਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਘਰਾਂ 'ਚ 5-7 ਡੰਗਰ ਰੱਖੇ ਹੋਏ ਆ, ਕੋਈ ਡੇਅਰੀ ਦਾ ਕਾਰੋਬਾਰ ਕਰਦਾ, ਉਹ ਕਿੱਥੋਂ ਇੰਤਜ਼ਾਮ ਕਰਨਗੇ? ਇਹ ਵੱਡੀ ਸਮੱਸਿਆ। ਇਸ ਤੋਂ ਵੱਡੀ ਸਮੱਸਿਆ ਜਿਹੜੇ ਬਾਕੀ ਦੇ ਸਹਾਇਕ ਧੰਦੇ ਆ, ਆਪਾਂ ਜੋ ਉਹਨਾਂ ਦੀ ਗੱਲ ਕਰੀਏ, ਹੁਣ ਜਿਵੇਂ ਹਨੀ ਦਾ ਕੰਮ ਕਰਦੇ ਆ, ਸ਼ਹਿਦ ਦਾ ਪਾਲਣ ਦਾ, ਸ਼ਹਿਦ ਮਧੂਮੱਖੀਆਂ ਪਾਲਣ ਦਾ ਕੰਮ ਕਰਦੇ ਆ, ਉਹ ਕਾਰੋਬਾਰ ਵੀ ਇੰਨਾ ਹਿੱਟ ਹੋਇਆ ਕਿ ਉਹਨਾਂ ਦਾ ਧੰਦਾ ਵੀ ਇੱਕ ਵਾਰੀ ਤਾਂ ਜੋ ਸਿਸਟਮ ਸੀਗਾ ਉਹਨਾਂ ਦਾ ਬਹੁਤ ਜ਼ਿਆਦਾ ਚੌਪਟ ਹੋ ਗਿਆ, ਬਰਬਾਦ ਹੋ ਗਿਆ। ਫੁੱਲਾਂ ਵਾਲੇ ਸੀਗੇ, ਫੁੱਲ ਤਾਂ ਹਾਈ ਬੜਾ ਇੱਕ ਨਾਜ਼ੁਕ ਖੇਤੀ ਹੁੰਦੀ ਹੈ, ਉਹ ਬਰਬਾਦ ਹੋ ਗਏ। ਸੋ ਬਹੁਤ ਵੱਡੀ ਮਾਰ ਪਈ ਹੈ। ਹੁਣ ਸਰਕਾਰ ਨੇ, ਜਿੱਦਾਂ ਤੁਸੀਂ ਕਹਿ ਰਹੇ ਹੋ, ਸਰਕਾਰ ਕਹਿੰਦੀ ਹੈ, ਜਿੱਦਾਂ ਮੁੱਖ ਮੰਤਰੀ ਕਹਿ ਰਿਹਾ ਮੁੱਖ ਮੰਤਰੀ ਮੁਆਵਜ਼ਾ ਦੇਣ, ਚੰਗੀ ਗੱਲ ਹੈਗੀ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇੰਨੇ ਕੁ ਮੁਆਵਜ਼ੇ ਨਾਲ, ਜਿੱਦਾਂ ਆਪਾਂ ਦੇਖਦੇ ਹਾਂ ਕਿ ਜੇ 75% ਤੋਂ ਉੱਪਰ ਨੁਕਸਾਨ ਹੈ ਤਾਂ ਉਹ ਕਹਿੰਦੇ 15,000, ਉਸ ਤੋਂ ਘੱਟ ਹੈਗਾ ਤਾਂ ਉਹਦੇ 'ਚ ਜਿਹੜਾ ਅੱਗੇ ਪਹਿਲਾਂ 6500 ਸੀਗਾ, ਕਿੰਨਾ ਸੀ, ਹੁਣ ਥੋੜ੍ਹਾ ਬਹੁਤਾ ਵਧਾ ਕੇ ਹੋਰ ਜਾਣੇ ਅੰਦਾਜ਼ਨ 7,000 ਤੋਂ ਘੱਟ ਹੁਣ ਜਿਹੜਾ ਹੈਗਾ ਆਸ-ਪਾਸ ਮਿਲੇਗਾ। ਸੋ ਉਹ ਵੀ ਜਿਹੜਾ ਹੈਗਾ ਗਿਰਦਾਵਰੀ ਤੋਂ ਬਾਅਦ ਸਪਸ਼ਟ ਹੋਏਗਾ ਕਿ ਕਿਸ ਨੂੰ ਮਿਲਦਾ, ਕਿਸ ਨੂੰ ਨਹੀਂ ਮਿਲਦਾ। ਕਿਸਾਨ ਕਹਿੰਦੇ ਆ ਕਿ ਰਾਹਤ ਬਹੁਤ ਘੱਟ ਹੈ। ਹੁਣ ਜਿਹਦਾ 100% ਨੁਕਸਾਨ ਹੋ ਗਿਆ, 15,000 ਦਾ ਤਾਂ ਉਹਦੇ ਨਾਲ ਕੁਝ ਵੀ ਨਹੀਂ ਬਣੇਗਾ। 15,000 ਨਾਲ ਕੀ ਮੁੜੇਗਾ? ਔਰ ਪੰਜਾਬ 'ਚ ਜਿਹੜੇ ਸਧਾਰਨ ਜਾਂ ਛੋਟੇ ਕਿਸਾਨ ਹੈ, ਜਿਹੜੇ ਕੋਸ਼ਿਸ਼ ਕਰਦੇ ਆਪਣੀ ਖੇਤੀ ਲਈ ਕੁਛ ਨਾ ਕੁਛ ਹੋਰ ਕੰਮ ਕਰਨ ਦੀ, ਕਿ ਠੇਕੇ ਤੇ ਜ਼ਮੀਨ ਲੈ ਲਈ, 60,000 70,000 ਨੂੰ ਤਾਂ ਪਰ ਏਕੜ ਠੇਕਾ ਚੱਲਦਾ ਹੈ। ਉਹ ਠੇਕਾ ਜਿਹੜਾ 70,000 ਨੂੰ ਜਿਹੜੇ ਕਿਸਾਨ ਨੇ ਠੇਕਾ ਤੇ ਜ਼ਮੀਨ ਲਈ, ਉਦੋਂ ਬਾਅਦ 'ਚ ਉਹਦੇ 'ਚ ਖਾਦਾਂ ਪਾਈਆਂ, ਦਵਾਈਆਂ ਪਾਈਆਂ, ਬੀਜ ਪਾਏ, ਫਿਰ ਉਸਨੂੰ 15,000 'ਚ ਕੀ ਮੁੜੇਗਾ? ਸੋ ਬਹੁਤ ਵੱਡੀ ਤਰਾਸਦੀ ਹੈ। ਇਸ ਮੁੱਦੇ ਤੇ ਵੀ ਗੱਲ ਕਰਨੀ ਬਣਦੀ ਹੈ ਕਿ ਕੇਂਦਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ, ਇਕੱਲਾ ਪੰਜਾਬ ਨਹੀਂ ਹੈ, ਕਿ ਕੇਂਦਰ ਕਿਸ ਕਦਰ ਪੰਜਾਬ ਦੀ ਮਦਦ ਕਰੇਗਾ ਕਿ ਨਹੀਂ ਕਰੇਗਾ। ਕਿੱਦਾਂ ਮੰਡੀਆਂ 'ਚ ਕੱਲ੍ਹ ਨੂੰ ਹਾਹਾਕਾਰ ਮੱਚੇਗੀ, ਉਹਨਾਂ ਦੀ ਫਸਲ ਜਿਹੜੀ ਆਈ ਵੀ ਹੈ ਟੁੱਟੀ ਭੱਜੀ, ਉਹ ਕੋਈ ਖਰੀਦੇਗਾ ਕਿ ਨਹੀਂ ਖਰੀਦੇਗਾ? ਇਹ ਨਵਦੀਪ ਆਪਣੇ ਆਪ 'ਚ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੇਂਦਰ ਇਸ ਸੰਕਟ ਦੀ ਘੜੀ 'ਚ ਪੰਜਾਬ ਦੀ ਬਾਂਹ ਫੜੇਗਾ ਕਿ ਨਹੀਂ ਫੜੇਗਾ। ਜੀ ਬਿਲਕੁਲ, ਪਰ ਖੇਤੀਬਾੜੀ ਜਿਹੜੇ ਮਾਹਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰੀ ਕੇਂਦਰ ਜ਼ਰੂਰ ਬਾਂਹ ਫੜੇਗਾ, ਕਿਉਂਕਿ ਜਲੰਧਰ ਦੀਆਂ ਜਿਮਨੀ ਚੋਣਾਂ ਨੇੜੇ ਨੇ, ਤਾਂ ਉਸ ਦੇ ਮੱਦੇਨਜ਼ਰ ਲੱਗ ਰਿਹਾ ਹੈ ਕਿ ਕੇਂਦਰ ਕਿਸਾਨਾਂ ਦੇ ਹੱਕ 'ਚ ਜ਼ਰੂਰ ਭੁਗਤੇਗਾ। ਇਹ ਵੈਸੇ ਚੰਗੀ ਗੱਲ ਹੈ। ਇਸ ਹਿਸਾਬ ਨਾਲ ਕੋਈ ਨਾ ਕੋਈ ਚੋਣ ਆਉਂਦੀ ਰਹਿਣੀ ਚਾਹੀਦੀ ਹੈ ਨਵਦੀਪ। ਤਾਂ ਕਮ ਸੇ ਕਮ ਇਹ ਹੋਰ ਕਿਸੇ ਗੱਲ ਤੋਂ ਡਰਦੇ ਜੀ। ਜਿਹੜੇ ਪੋਲੀਟੀਸ਼ੀਅਨ ਹੈ ਨਾ, ਦੇਖੋ ਸ਼ਬਦ ਤਾਂ ਥੋੜਾ ਜਿਹਾ ਇੱਦਾਂ ਦਾ ਹੈ, ਅਸੀਂ ਮਾਫੀ ਚਾਹੁੰਦੇ, ਪਰ ਸ਼ਬਦ ਬੜਾ ਢੁਕਵਾਂ ਇਹਨਾਂ ਬਾਰੇ ਅਕਸਰ ਕਈ ਵਾਰੀ ਵਰਤਦੇ ਆ ਕਿ ਪੋਲੀਟੀਸ਼ੀਅਨ ਦੀ ਇੰਨੀ ਮੋਟੀ ਚਮੜੀ ਹੁੰਦੀ ਹੈ ਕਿ ਉਹ ਛੇਤੀ ਕਿਤੇ ਉਹਦੇ ਤੇ ਅਸਰ ਹੀ ਨਹੀਂ ਹੁੰਦਾ। ਕੋਈ ਸੂਈ ਤਾਂ ਨਿੱਕੀ ਮੋਟੀ ਨਵਦੀਪ ਚੁੱਭਦੀ ਨਹੀਂ ਹੈ। ਵੱਡਾ ਜਦੋਂ ਕੋਈ ਇੰਜੈਕਸ਼ਨ ਲੱਗਦਾ ਨਾ, ਇਲੈਕਸ਼ਨ ਵਰਗਾ, ਕਿ ਜੇ ਹਾਰ ਗਏ ਤਾਂ ਕੀ ਬਣੇਗਾ, ਫੇਰ ਥੋੜਾ ਜ਼ਰੂਰ ਇਸ ਗੱਲ ਤੇ ਕਰਦੇ ਆ। ਫਿਰ ਘਰਾਂ 'ਚ ਵੀ ਜਾਂਦੇ ਆ, ਲੋਕਾਂ ਦੇ ਹਾਲ ਚਾਲ ਵੀ ਪੁੱਛਦੇ ਆ, ਦੁੱਖ ਸੁੱਖ 'ਚ ਵੀ ਸਾਂਝੇ ਹੁੰਦੇ ਆ, ਧਾਰਮਿਕ ਸਥਾਨਾਂ ਤੇ ਵੀ ਜਾਂਦੇ, ਸਾਰਾ ਕੁਝ ਜੋ ਕੁਝ ਕਰ ਸਕਦੇ ਆ ਸਭ ਕੁਝ ਕਰਦੇ ਆ, ਪਰ ਕਰਦੇ ਇਲੈਕਸ਼ਨ ਵੇਲੇ ਹੀ ਹੈ। ਜੋ ਇਲੈਕਸ਼ਨ ਜਿੱਤ ਜਾਂਦੇ ਆ ਫਿਰ ਕਹਿੰਦੇ ਦੇਖਾਂਗੇ ਜਦੋਂ ਨਵੀਆਂ ਇਲੈਕਸ਼ਨ ਆਉਣਗੀਆਂ। ਸੋ ਪੰਜਾਬ 'ਚ ਬਾਈ ਇਲੈਕਸ਼ਨ ਆ ਰਹੀ ਹੈ, ਆਪਾਂ ਇਲੈਕਸ਼ਨ ਦੇ ਮੁੱਦੇ ਤੇ ਤਾਂ ਚਲੋ ਗੱਲ ਨਹੀਂ ਕਰ ਰਹੇ, ਪਰ ਉਹਦਾ ਸ਼ਾਇਦ ਥੋੜਾ ਬਹੁਤਾ ਕੇਂਦਰ ਦੇ ਉੱਤੇ ਅਸਰ ਪਏ ਇਸ ਗੱਲ ਦਾ ਕਿ ਇੱਕ ਜ਼ਿਮਨੀ ਚੋਣ ਜਲੰਧਰ ਦੀ ਹੋ ਰਹੀ ਆ ਪਾਰਲੀਮੈਂਟ ਦੀ, ਉਹਦੇ ਕਰਕੇ ਕੇਂਦਰ ਵੀ ਇਸ ਦੀ ਸੁਣਵਾਈ ਕਰੇ। ਹੁਣ ਜਿੱਦਾਂ ਤੁਸੀਂ ਆਪਾਂ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਸੀ ਗੱਲ ਕਿ ਕੇਂਦਰ ਦੀਆਂ 8 ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਆਈਆਂ ਅਲੱਗ-ਅਲੱਗ ਥਾਵਾਂ ਤੇ ਉਹਨਾਂ ਨੇ
ਪਟਿਆਲਾ 'ਚ ਗਏ ਹੈ, ਫਿਰੋਜ਼ਪੁਰ ਵੱਲ ਗਏ ਹੈ, ਕੁਝ ਹੋਰ ਥਾਵਾਂ ਦੇ ਉੱਤੇ ਵੀ ਉਹਨਾਂ ਨੇ ਜਾ ਕੇ ਖੰਨਾ 'ਚ ਗਏ ਹੈ, ਦੌਰੇ ਕਰ ਰਹੇ ਆ। ਉਹਦੇ 'ਚ ਵੱਡੀ ਸਮੱਸਿਆ ਨਵਦੀਪ ਇਹ ਹੈ ਕਿ ਜਦੋਂ ਮੰਡੀਆਂ 'ਚ ਦਾਣਾ ਕਣਕ ਲੈ ਕੇ ਪਹੁੰਚਣਗੇ ਕਿਸਾਨ, ਤਾਂ ਉਹਦੇ 'ਚ ਸਵਾਲ ਹੁੰਦਾ ਕਿ ਡਿਸਕਲਰਿੰਗ, ਕਿ ਜਿਹੜਾ ਕਣਕ ਦਾ ਦਾਣਾ ਉਹ ਬਦਰੰਗ ਹੋ ਜਾਂਦਾ ਹੈ। ਕਿੰਨਾ ਬਦਰੰਗ ਹੋ ਗਿਆ, ਉਹਦੇ 'ਚ ਫਿਰ ਮਾਤਰਾ ਹੁੰਦੀ ਹੈ ਕਿ 6% ਤੱਕ ਦਾ ਹੋਏਗਾ ਤਾਂ ਇੰਨੀ ਕੁ ਛੋਟ ਮਿਲ ਸਕਦੀ ਹੈ, ਅਗਰ 12% ਹੋਏਗਾ ਤਾਂ ਇੰਨੀ ਕੁ ਛੋਟ ਮਿਲ ਸਕਦੀ ਹੈ। ਹੁਣ ਜੇ ਤਾਂ ਉਹ ਛੋਟ 'ਚ ਰਿਲੈਕਸੇਸ਼ਨ ਹੋਏਗੀ ਫਿਰ ਤਾਂ ਕਿਸਾਨ ਦੀ ਫਸਲ ਵਿਕ ਜਾਏਗੀ, ਕਿਸਾਨ ਵੀ ਸੌਖਾ ਹੋਏਗਾ ਔਰ 4 ਪੈਸੇ ਜੋ ਵੀ ਉਹਦੇ ਬਚੇ ਆ ਉਹਨੂੰ ਆ ਜਾਣਗੇ। ਤੇ ਜੇ ਇਹ ਰਿਲੈਕਸੇਸ਼ਨ ਨਾ ਦਿੱਤੀ ਫਿਰ ਮੰਡੀਆਂ 'ਚ ਵੀ ਵੱਡੀ ਪੱਧਰ ਤੇ ਰੌਲੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਿਸਾਨਾਂ ਦੇ ਪੱਲੇ ਕੀ ਹੈ, ਕਿਸਾਨ ਤਾਂ ਫਿਰ ਪ੍ਰੋਟੈਸਟ ਹੀ ਕਰਨਗੇ ਨਾ। ਸੋ ਚਾਹੀਦਾ ਇਹ ਹੈ ਕਿ ਇਸ ਵੇਲੇ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਦੋਨਾਂ ਸਰਕਾਰਾਂ ਨੂੰ ਆਪਸ ਵਿੱਚ ਬੇਸ਼ੱਕ ਜੋ ਮਰਜ਼ੀ ਵਿਖਰੇਵੇਂ ਹੋਣ, ਹੋਰ ਬਥੇਰੇ ਮੁੱਦੇ ਹੈ ਜਿਨ੍ਹਾਂ ਤੇ ਤੁਸੀਂ ਵਿਖਰੇਵੇਂ ਰੱਖ ਸਕਦੇ ਹੋ, ਪਰ ਘੱਟੋ ਘੱਟ ਜਦੋਂ ਅਸੀਂ ਉਂਝ ਬੜਾ ਨਵਦੀਪ ਅਸੀਂ ਕਹਿੰਦੇ ਹਾਂ ਕਿ ਕਿਸਾਨ ਸਾਡਾ ਅੰਨਦਾਤਾ ਹੈ ਜੀ, ਕਿਸਾਨ ਤਾਂ ਇਹ ਧਰਤੀ ਦੀ ਰੀੜ੍ਹ ਦੀ ਹੱਡੀ ਹੈ ਜੀ, ਕਿਸਾਨ ਤਾਂ ਭੁੱਖਿਆਂ ਨੂੰ ਅਨਾਜ ਦਿੰਦਾ ਹੈ। ਜਦੋਂ ਕਿਸਾਨ ਬਿਪਤਾ 'ਚ ਹੁੰਦਾ ਨਾ, ਆਪਾਂ ਤਾਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਨਾਲ ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਕਿੰਨਾ ਕੰਨ ਦੇਵਤਾ ਦੀ ਸੇਵਾ ਕੀਤੀ ਗਈ ਕੇਂਦਰ ਵੱਲੋਂ। ਸੋ ਜਦੋਂ ਇਹੋ ਜਿਹਾ ਮੌਕਾ ਆਉਂਦਾ ਨਾ, ਉਸ ਮੌਕੇ ਦੇ ਉੱਤੇ ਫਿਰ ਇਹ ਭੁੱਲ ਜਾਂਦੇ ਆ ਜੀ। ਇਹਨਾਂ ਨੂੰ ਤਾਂ ਫਿਰ ਇਲੈਕਸ਼ਨਾਂ ਵੇਲੇ ਚੇਤੇ ਆਉਂਦਾ ਕਿ ਹੁਣ ਇਸ ਤੋਂ ਬਗੈਰ ਕੋਈ ਚਾਰਾ ਨਹੀਂ ਹੈਗਾ, ਫਿਰ ਜੋ ਢੰਗ ਤਰੀਕਾ ਉਹ ਵਰਤਦੇ ਆ। ਸੋ ਜੋ ਸਥਿਤੀ ਇਸ ਵੇਲੇ ਬਣੀ ਹੋਈ ਹੈ, ਜਿੱਦਾਂ ਦੀ ਤਬਾਹੀ ਦੂਜੇ ਸੂਬਿਆਂ 'ਚ ਵੀ ਹੋਈ ਹੈ, ਪਰ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਪੰਜਾਬ 'ਚ ਇਸ ਮੌਕੇ ਤੇ ਜ਼ਰੂਰਤ ਹੈਗੀ ਹੈ ਕਿਸਾਨ ਦੀ ਮਦਦ ਕਰਨ ਦੀ, ਤੇ ਦੋਨੇ ਸਰਕਾਰਾਂ ਮਿਲ ਕੇ ਹੀ ਕਰ ਸਕਦੀਆਂ ਜੀ। ਬਿਲਕੁਲ। ਤੇ ਇੱਕ ਛੋਟਾ ਜਿਹਾ ਸਵਾਲ ਹੋਰ ਫਸਲਾਂ ਨੂੰ ਲੈ ਕੇ ਕਿ ਕਿਸਾਨ ਨੇ ਇਹ ਮੰਗ ਰੱਖੀ ਹੈ ਕਿ ਜਦੋਂ ਵੀ ਵਾਢੀ ਦਾ ਸੀਜ਼ਨ ਆਉਂਦਾ, ਉਹ ਭਾਵੇਂ ਜੀਰੀ ਦੀ ਵਾਢੀ ਦੀ ਗੱਲ ਹੋਵੇ, ਉਹ ਭਾਵੇਂ ਕਣਕ ਦੀ ਵਾਢੀ ਦੀ ਗੱਲ ਹੋਵੇ, ਜਾਂ ਫਿਰ ਗੱਲ ਨਰਮੇ ਜਾਂ ਕਪਾਹ ਦੀ ਕਿਸੇ ਵੀ ਚੀਜ਼ ਦੀ ਗੱਲ ਹੁੰਦੀ ਹੈ, ਤਾਂ ਫਸਲਾਂ ਦਾ ਨੁਕਸਾਨ ਤਕਰੀਬਨ ਹੁੰਦਾ ਹੀ ਹੁੰਦਾ ਹੈ, ਕੋਈ ਨਾ ਕੋਈ ਕਹਿਰ ਹੈ ਜਿਹੜਾ ਉਹ ਜ਼ਰੂਰ ਢਹਿ ਜਾਂਦਾ। ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਫਸਲੀ ਬੀਮਾ ਵੀ ਚਾਹੀਦਾ। ਨਦੀ ਫਸਲੀ ਬੀਮਾ ਬਹੁਤ ਵੱਡਾ ਇਸ਼ੂ ਆਪਣੇ ਆਪ ਦੇ ਵਿੱਚ। ਇਹ ਹਮੇਸ਼ਾ ਜਦੋਂ ਇਹੋ ਜਿਹੇ ਮੌਕੇ ਆਉਂਦੇ ਤਾਂ ਉਦੋਂ ਇਹ ਗੱਲ ਚਰਚਾ 'ਚ ਆਉਂਦੀ ਹੈ। ਇਹ ਨਹੀਂ ਕਿ ਫਸਲੀ ਬੀਮਾ ਸਾਡੇ ਦੇਸ਼ 'ਚ ਹੈ ਨਹੀਂ ਸੀ, ਕੇਂਦਰ ਸਰਕਾਰ ਵੱਲੋਂ ਫਸਲੀ ਬੀਮਾ ਯੋਜਨਾ ਲਾਗੂ ਵੀ ਕੀਤੀ ਗਈ, ਪਰ ਉਹ ਇੰਨੀ ਨੁਕਸਦਾਰ ਹੈ ਕਿ ਈਵਨ ਜਿਹੜੇ ਭਾਜਪਾ ਨਾਲ ਸੰਬੰਧਿਤ ਕਈ ਰਾਜ ਹੈ ਉਹਨਾਂ ਨੇ ਵੀ ਉਹਨੂੰ ਲਾਗੂ ਕਰਨ ਤੋਂ ਬਾਅਦ ਬੰਦ ਕਰ ਦਿੱਤਾ, ਕਿਉਂਕਿ ਉਹਦੇ ਨਾਲ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀਆਂ ਝੋਲੀਆਂ, ਉਹਨਾਂ ਦੀਆਂ ਜੇਬਾਂ ਜ਼ਿਆਦਾ ਭਰਦੀਆਂ, ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਹੁਣ ਪੰਜਾਬ ਵਾਲੇ ਕਹਿ ਰਹੇ ਕਿ ਅਸੀਂ ਕਿਸਾਨ ਪੱਖੀ ਫਸਲੀ ਬੀਮਾ ਲੈ ਕੇ ਆਵਾਂਗੇ, ਜਦੋਂ ਲੈ ਕੇ ਆਉਣਗੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਲੈ ਕੇ ਆਉਂਦੇ ਆ। ਪਰ ਇਹ ਗੱਲ ਜ਼ਰੂਰ ਹੈ ਕਿ ਕੁਦਰਤੀ ਆਫਤਾਂ ਦੇ ਟਾਕਰੇ ਲਈ ਕੁਝ ਨਾ ਕੁਝ ਹੋਣਾ ਜ਼ਰੂਰ ਚਾਹੀਦਾ, ਕੋਈ ਇਹੋ ਜਿਹਾ ਸਿਸਟਮ ਜ਼ਰੂਰ ਬਣਨਾ ਚਾਹੀਦਾ ਹੈ। ਦੇਖੋ ਜੋ ਕੁਦਰਤ ਦਾ ਅਵਤਾਰ ਹੈ, ਜਿੱਦਾਂ ਆਪਾਂ ਗੜੇ ਪੈਣ ਦੀ ਗੱਲ ਕਰਦੇ ਹਾਂ, ਬਾਰਿਸ਼ਾਂ ਦੀ ਗੱਲ ਕਰਦੇ ਹਾਂ, ਇਹ ਤਾਂ ਨਹੀਂ ਰੋਕੀਆਂ ਜਾ ਸਕਦੀਆਂ, ਪਰ ਇਸ ਆਫਤ ਦੇ ਟਾਕਰੇ ਦੇ ਲਈ ਅਸੀਂ ਅਗਾਊਂ ਪ੍ਰਬੰਧ ਤਾਂ ਕਰ ਸਕਦੇ ਹਾਂ ਨਾ, ਕਿ ਕਿਸਾਨ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ। ਜੇ ਅਸੀਂ ਇੰਡਸਟਰੀ ਲਈ ਵੱਡੇ ਵੱਡੇ ਲੋਨ ਜਿਹੜੇ ਲਏ ਹੁੰਦੇ ਆ ਉਹਨਾਂ ਤੇ ਲਕੀਰ ਫੇਰਦੇ ਨੇ ਆ, ਉਹਨਾਂ ਲਈ ਮਦਦ ਕਰਦੇ ਆ, ਤੇ ਕਿਸਾਨ ਤਾਂ ਇੱਕ ਐਸਾ ਜਿਹੜਾ ਹੈਗਾ ਦਾ ਕਿੱਤਾ ਹੈਗਾ, ਐਸਾ ਕੰਮ ਹੈਗਾ, ਇਹ ਤਾਂ ਕੋਈ ਝੂਠ ਨੂੰ ਸੱਚ ਬਣਾ ਕੇ ਪੇਸ਼ ਹੀ ਨਹੀਂ ਕਰ ਸਕਦਾ। ਇਹ ਤਾਂ ਕਹਿੰਦਾ ਕਿ ਜੇ ਮੇਰਾ ਸੱਚ ਹੈ ਉਹੀ ਸੁਣ ਲਓ, ਇਹੀ ਵੱਡੀ ਗੱਲ ਹੈ। ਕਿਸਾਨ ਇਹ ਨਹੀਂ ਕਹਿ ਸਕਦਾ ਕਿ ਮੈਂ ਇੰਨੇ ਦਾ ਕਾਰੋਬਾਰ, ਇੰਨੇ ਦਾ ਕੰਮ ਕਰਿਆ ਜੀ, ਮੈਨੂੰ ਵੱਡਾ ਨੁਕਸਾਨ ਹੋ ਗਿਆ ਤੇ ਮੈਨੂੰ ਹੁਣ ਮੁਆਵਜ਼ਾ ਦਿੱਤਾ ਜਾਵੇ ਜਾਂ ਮਾਫੀ ਦਿੱਤੀ ਜਾਵੇ। ਉਹ ਤਾਂ ਖੇਤਾਂ 'ਚ ਪਈਆਂ ਵਿਛੀਆਂ ਫਸਲਾਂ ਜਿਹੜੀਆਂ ਹੈਗੀਆਂ ਕੋਈ ਵੀ ਦੇਖ ਸਕਦਾ ਕਿ ਕਿੱਡਾ ਵੱਡਾ ਨੁਕਸਾਨ ਹੈ। ਸੋ ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ ਅਗਰ ਕੋਈ ਇੱਦਾਂ ਦੀ ਫਸਲੀ ਬੀਮਾ ਆਵੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਸਰਕਾਰਾਂ ਇੱਦਾਂ ਦੀਆਂ ਪਾਲਿਸੀਆਂ ਲਿਆਉਂਦੀਆਂ ਕਿ ਵਿਲੇਜ ਪਿੰਡ ਇੱਕ ਯੂਨਿਟ ਦੇ ਤੌਰ ਤੇ ਲੈ ਲੈਂਦੇ ਆ। ਹੁਣ ਜਿੱਦਾਂ ਆਪਾਂ ਗੜਿਆਂ ਦੀ ਗੱਲ ਕਰ ਰਹੇ ਹਾਂ, ਕਈ ਵਾਰ ਹੁਣ ਤਾਂ ਗੜੇਮਾਰੀ ਬਹੁਤ ਥਾਵਾਂ ਤੇ ਹੋਈ ਹੈ, ਕਈ ਵਾਰੀ ਇਹੋ ਜਿਹਾ ਮੌਕਾ ਵੀ ਹੁੰਦਾ ਹੈ ਕਿ ਇੱਕ ਪਿੰਡ ਦੇ ਵਿੱਚ ਹੀ ਜਦੋਂ ਲੰਬਾ ਚੌੜਾ ਰਕਬਾ ਹੈ, ਇੱਕ ਹਿੱਸੇ 'ਚ ਦੀ ਗੜੇ ਨਿਕਲ ਜਾਂਦੇ ਆ, ਦੂਜਾ ਬਚਾ ਰਹਿ ਜਾਂਦਾ। ਹੁਣ ਉਹ ਜਿਹੜੀ ਸਕੀਮ ਆ ਕਹਿੰਦੀ ਜੀ ਸਾਰੇ ਪਿੰਡ 'ਚ ਗੜੇ ਪੈਣਗੇ, ਸਾਰੀਆਂ ਫਸਲਾਂ ਦੇ ਗੜੇ ਪੈਣਗੇ ਤਾਂ ਮੁਆਵਜ਼ਾ ਮਿਲੇਗਾ, ਕਿਉਂਕਿ ਵਿਲੇਜ ਇੱਕ ਯੂਨਿਟ ਹੈ, ਪਿੰਡ ਇੱਕ ਇਕਾਈ ਦੇ ਤੌਰ ਤੇ ਲੈਂਦੇ ਆ। ਸਾਰੇ ਪਿੰਡ ਦੀ ਜਾਨੀ ਫਸਲ ਤਬਾਹ ਹੋਣੀ ਜ਼ਰੂਰੀ ਹੈ, ਫਿਰ ਕਹਿੰਦੇ ਮੁਆਵਜ਼ਾ ਅਸੀਂ ਦਿਆਂਗੇ। ਜਾਨੀ ਪਹਿਲਾਂ ਤਾਂ ਮਤਲਬ ਪੂਰੇ ਪਿੰਡ ਨੂੰ ਅੱਗ ਲੱਗੇ, ਨੁਕਸਾਨ ਹੋਵੇ ਉਹਦਾ, ਫਿਰ ਕਹਿੰਦੇ ਅਸੀਂ ਉਸ ਦਾ ਮੁਆਵਜ਼ਾ ਦਿਆਂਗੇ। ਜਾਨੀ ਇਹ ਜਿਹੇ ਬਹੁਤ ਵੱਡੇ ਨੁਕਸ ਹੈਗੇ ਆ, ਇਹ ਨੁਕਸ ਠੀਕ ਕਰਕੇ ਫਸਲੀ ਬੀਮਾ ਲਿਆਂਦੀ ਜਾਵੇ ਤਾਂ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ। ਪਰ ਜ਼ਮੀਨੀ ਹਕੀਕਤਾਂ ਤੇ ਢੁਕਦੀ ਹੋਵੇ, ਉਹਨਾਂ ਦੇ ਡੰਗਰ ਹੈ, ਉਹਨਾਂ ਦਾ ਨਿੱਕਾ ਮੋਟਾ ਹੋਰ ਕੰਮ ਹੈਗਾ, ਉਹ ਸਾਰਿਆਂ ਦੇ ਉਹਨਾਂ ਦੇ ਲਈ ਲਾਭਕਾਰੀ ਹੋ ਸਕਦੀ ਹੈ, ਜੇ ਲਿਆਂਦੀ ਜਾਂਦੀ ਹੈ। ਸਹਾਇਕ ਧੰਦਿਆਂ ਲਈ ਲਾਭਕਾਰੀ ਹੋ ਸਕਦੀ ਹੈ, ਪਰ ਇਸ ਕਰਕੇ ਨਾ ਬਣਾਈ ਜਾਵੇ ਕਿ ਜਿਹੜੀਆਂ ਕੰਪਨੀਆਂ ਹੈਗੀਆਂ ਸੀ ਉਹਨਾਂ ਨੂੰ ਮੁਨਾਫਾ ਕਿਵੇਂ ਦੇਣਾ ਹੈ। ਕਿਸਾਨ ਨੂੰ ਕਿੱਦਾਂ ਮਰਨ ਤੋਂ ਬਚਾਇਆ ਜਾ ਸਕਦਾ, ਉਹੀ ਜੀ ਫਸਲੀ ਬੀਮਾ ਆਵੇ ਤਾਂ ਸਾਰੇ ਵੈਲਕਮ ਕਰਨਗੇ ਇਹਦਾ। ਜੀ ਬਿਲਕੁਲ। ਤਾਂ ਸਿੱਧੂ ਸਾਹਿਬ
ਮਨੀਸ਼ ਸਿਸੋਦੀਆ ਵੱਲੋਂ ਵੀ ਇੱਕ ਜੇਲ੍ਹ ਦੇ ਵਿੱਚੋਂ ਲੈਟਰ ਹੈ ਜਿਹੜਾ ਉਹ ਭੇਜਿਆ ਗਿਆ 1.5 ਪੇਜ ਦਾ ਉਹ ਲੈਟਰ ਹੈ, ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਨਵਦੀਪ ਨੇ ਜੋ ਸਵਾਲ ਕੀਤਾ ਬੜਾ ਵੱਡਾ ਸਵਾਲ ਹੈ। ਪ੍ਰਧਾਨ ਮੰਤਰੀ ਦੇ ਉੱਤੇ ਅਕਸਰ ਹੀ ਜਿਹੜਾ ਆਪ ਵਾਲੇ ਹੈ ਉਹ ਇਹ ਐਲੀਗੇਸ਼ਨ ਲਗਾ ਰਹੇ। ਪਿਛਲੇ ਦਿਨਾਂ 'ਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਸੀਗੇ ਕਿ ਅਸੀਂ ਕੀ ਗਲਤ ਗੱਲ ਪੁੱਛ ਰਹੇ ਹਾਂ, ਅਸੀਂ ਇਹੀ ਪੁੱਛ ਰਹੇ ਹਾਂ ਕਿ ਪ੍ਰਧਾਨ ਮੰਤਰੀ ਆਪਣੀ ਡਿਗਰੀ ਤਾਂ ਦੱਸੇ, ਯੋਗਤਾ ਤਾਂ ਦੱਸੇ ਕਿ ਯੋਗਤਾ ਕਿੰਨੀ ਹੈ। ਤਕਰੀਬਨ ਇਹੋ ਜਿਹਾ ਹੀ ਸਵਾਲ ਜਿਹੜਾ ਹੈਗਾ ਮਿਲਦਾ ਜੁਲਦਾ ਜੇਲ੍ਹ 'ਚੋਂ ਬੈਠਿਆਂ ਨੇ ਮਨੀਸ਼ ਸਿਸੋਦੀਆ ਨੇ ਕੀਤਾ ਕਿ ਪ੍ਰਧਾਨ ਮੰਤਰੀ ਦੀ ਕੁਆਲੀਫਿਕੇਸ਼ਨ ਦੇ ਇੱਕ ਤਰੀਕੇ ਨਾਲ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਮਝ ਨਹੀਂ ਹੈਗੀ। ਭਾਜਪਾ ਵਾਲੇ ਇਸ ਦਾ ਮਜ਼ਾਕ ਉਡਾਉਂਦੇ ਆ ਕਿ ਜਾਣਬੁੱਝ ਕੇ ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਸੋ ਪ੍ਰਧਾਨ ਮੰਤਰੀ ਦੀ ਕੁਆਲੀਫਿਕੇਸ਼ਨ ਕਿੰਨੀ ਹੈ, BA ਹੈ, MA ਹੈ, PhD ਹੈ, ਇਹ ਤਾਂ ਪ੍ਰਧਾਨ ਮੰਤਰੀ ਦੱਸ ਸਕਦਾ, ਜੇ ਭਾਜਪਾ ਵਾਲੇ ਦੱਸ ਸਕਦੇ ਆ। ਪਰ ਇਹ ਸਵਾਲ ਜ਼ਰੂਰ ਜਿਹੜਾ ਇਸ ਵੇਲੇ ਆਪ ਇਸ ਗੱਲ 'ਚ ਥੋੜ੍ਹਾ ਦੇਖੋ, ਕਈ ਵਾਰੀ ਹੁੰਦਾ ਜਦੋਂ ਪੋਲੀਟੀਸ਼ੀਅਨ ਲਗਾਤਾਰ ਕਿਤੇ ਟਾਰਗੇਟ ਕਰਦੇ ਰਹਿੰਦੇ ਤਾਂ ਕੋਈ ਨਾ ਕੋਈ ਇਸ਼ੂ ਬੜੇ ਇਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਕਿਸੇ ਇਸ਼ੂ ਨੂੰ ਉਭਾਰਨਾ ਕਿਵੇਂ ਆ ਜੀ। ਹਾਲਾਂਕਿ ਪ੍ਰਧਾਨ ਮੰਤਰੀ ਦੀ ਯੋਗਤਾ MA ਹੈ, PhD ਹੈ, BA ਹੈ, ਮੈਟ੍ਰਿਕ ਹੈ, ਜੋ ਵੀ ਹੈਗੀ ਹੈ, ਉਹਦੇ ਨਾਲ ਦੇਸ਼ ਦੇ ਲੋਕਾਂ ਨੂੰ ਤਾਂ ਕਿੰਨਾ ਫਰਕ ਪਏਗਾ ਚਾਹੇ ਨਹੀਂ ਪਏਗਾ। ਪਰ ਇੱਕ ਵਾਰੀ ਪ੍ਰਧਾਨ ਮੰਤਰੀ ਨੂੰ ਕਿਸੇ ਹੱਦ ਤੱਕ ਕਟਹਿਰੇ 'ਚ ਜ਼ਰੂਰ ਖੜਾ ਕਰਨ 'ਚ ਕਾਮਯਾਬ ਹੋ ਗਏ ਕਿ ਪ੍ਰਧਾਨ ਮੰਤਰੀ ਆਪਣੀ ਯੋਗਤਾ ਤਾਂ ਦੱਸੇ ਕਿ ਹੈ ਕਿੰਨੀ। ਸੋ ਮਨੀਸ਼ ਸਿਸੋਦੀਆ ਵੀ ਇਸ ਮੁੱਦੇ ਤੇ ਗੱਲ ਕਰ ਰਿਹਾ। ਉਹ ਐਕਚੁਅਲੀ ਮਨੀਸ਼ ਸਿਸੋਦੀਆ ਤੇ ਜੇ ਆਪਾਂ ਥੋੜਾ ਜਿਹਾ ਹੋਰ ਇਸ ਗੱਲ ਨੂੰ ਪਿੱਛੇ ਹਟ ਕੇ ਲੈ ਕੇ ਗੱਲ ਕਰੀਏ ਤਾਂ ਉਹ ਸਿੱਖਿਆ ਖੇਤਰ ਨਾਲ ਵੀ ਜੋੜਦਾ, ਕਿਉਂਕਿ ਸਿੱਖਿਆ ਮੰਤਰੀ ਰਿਹਾ ਮਨੀਸ਼ ਸਿਸੋਦੀਆ ਔਰ ਦੇਸ਼ ਦੇ ਪੱਧਰ ਦੇ ਉੱਤੇ ਬੜਾ ਇੱਕ ਇਸ ਗੱਲ ਨੂੰ ਪ੍ਰਚਾਰਿਆ ਗਿਆ ਆਪ ਵੱਲੋਂ ਕਿ ਐਜੂਕੇਸ਼ਨ ਮਾਡਲ ਦੇ ਤੌਰ ਤੇ, ਦਿੱਲੀ ਮਾਡਲ ਦੇ ਤੌਰ ਤੇ ਮਾਡਲ ਪੰਜਾਬ 'ਚ ਵੀ ਲਿਆਂਦਾ ਗਿਆ ਕਿ ਮਾਡਲ ਦੇ ਤੌਰ ਤੇ ਅਸੀਂ ਇਹਨੂੰ ਲਾਗੂ ਕਰਦੇ ਹਾਂ, ਕਿੱਦਾਂ ਤਬਦੀਲੀਆਂ ਆਈਆਂ ਐਜੂਕੇਸ਼ਨ ਖੇਤਰ ਦੇ। ਤਾਂ ਉਹਦੇ ਲਈ ਮਨੀਸ਼ ਸਿਸੋਦੀਆ ਹੀ ਇੱਕ ਲੀਡਰ ਦੇ ਤੌਰ ਤੇ ਪੇਸ਼ ਕੀਤਾ ਗਿਆ। ਹੁਣ ਮਨੀਸ਼ ਸਿਸੋਦੀਆ ਤਾਂ ਜੇਲ੍ਹ 'ਚ ਬੈਠਾ, ਉਹਦੇ ਐਲੀਗੇਸ਼ਨ ਸਹੀ ਆ ਗਲਤ ਆ, ਚਲੋ ਜਾਂਚ ਦੇ ਵਿਸ਼ੇ ਹੈ, ਅੱਗੇ ਜਿਹੜੀਆਂ ਏਜੰਸੀਆਂ ਜਾਂਚ ਕਰਦੀਆਂ ਕਿੰਨੀ ਕੁ ਠੀਕ ਹੈ ਕਿੰਨੀ ਗਲਤ ਹੈ, ਅਦਾਲਤਾਂ ਪੁਣਛਾਣ ਕਰਨੀਆਂ ਲੰਬੇ ਚੌੜੇ ਪਤਾ ਨਹੀਂ ਕਿੰਨਾ ਚਿਰ ਚੱਲਣਾ, ਕਿਉਂਕਿ ਲਗਾਤਾਰ ਮਨੀਸ਼ ਸਿਸੋਦੀਆ ਦਾ ਜਿਹੜੀ ਹਿਰਾਸਤ ਹੈ ਉਹ ਜੇਲ੍ਹ ਦੇ ਅੰਦਰ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ, 5 ਦਿਨ ਦਾ, 10 ਦਿਨ ਦਾ, 15 ਦਿਨ ਦਾ। ਫਿਰ ਅਜੇ ਤੱਕ ਕੋਈ ਲੱਗਦਾ ਨਹੀਂ ਕਿ ਉਹਨਾਂ ਦਾ ਛੁਟਕਾਰਾ ਹੁੰਦਾ, ਪਰ ਇਹ ਤਾਂ ਉਹਦਾ ਅਧਿਕਾਰ ਹੈ, ਜੇਲ੍ਹ 'ਚ ਬੈਠ ਕੇ ਵੀ ਸਵਾਲ ਤਾਂ ਕਰ ਹੀ ਸਕਦਾ ਨਾ। ਸੋ ਸਿੱਖਿਆ ਖੇਤਰ ਨੂੰ ਲੈ ਕੇ ਜਿਹੜਾ ਹੈਗਾ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਜਿਹੜਾ ਹੈਗਾ ਉਹ ਸਿੱਖਿਆ ਦੇ ਲਈ ਇਹਨੇ ਇੰਨਾ ਕੁਝ ਕੀਤਾ ਸੀ, ਉਹ ਵਿਅਕਤੀ ਤਾਂ ਜੇਲ੍ਹ 'ਚ ਬੈਠਾ ਹੈ ਤੇ ਉਹ ਵਿਅਕਤੀ ਪ੍ਰਧਾਨ ਮੰਤਰੀ ਹੈ ਜਿਹਨੂੰ ਸਿੱਖਿਆ ਬਾਰੇ ਸਮਝ ਹੀ ਕੋਈ ਨਹੀਂ। ਜੀ ਬਿਲਕੁਲ। ਤਾਂ ਜੇਲ੍ਹ ਦੇ ਵਿੱਚੋਂ ਬੈਠ ਕੇ ਲੈਟਰ ਲਿਖਣਾ, ਤਾਂ ਉਸ ਲੈਟਰ ਨੂੰ ਫਿਰ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕਰਨਾ, ਉਸ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਹੋਣੀਆਂ, ਵਿਰੋਧੀਆਂ ਦੇ ਵੀ ਬਹੁਤ ਸਾਰੇ ਤੰਜ ਕੱਸੇ ਜਾ ਰਹੇ ਨੇ। ਪਰ ਸਵਾਲ ਹੋਰ ਵੀ ਬਹੁਤ ਨੇ, ਖਬਰਾਂ ਹੋਰ ਵੀ ਬਹੁਤ ਨੇ, ਪਰ ਮੇਰੇ ਜ਼ਿਹਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਜ਼ਰੂਰ ਆ ਗਏ ਨੇ ਕਿ ਪਿਛਲੇ ਹਫ਼ਤੇ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਜੇਲ੍ਹ 'ਚੋਂ ਬਾਹਰ ਆਏ ਤੇ ਇਹ ਤੁਹਾਡੇ ਨਾਲ ਵੀ ਗੱਲਬਾਤ ਹੋਈ, ਮੁਲਾਕਾਤ ਹੋਈ, ਤਾਂ ਉਹ ਰਾਹੁਲ ਗਾਂਧੀ ਨੂੰ ਵੀ ਮਿਲੇ, ਪ੍ਰਿਯੰਕਾ ਗਾਂਧੀ ਨੂੰ ਵੀ ਮਿਲੇ। ਤਾਂ ਮੈਂ ਦਰਸ਼ਕ ਵੀ ਸਾਡੇ ਜ਼ਰੂਰ ਜਾਣਨਾ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਬੜੇ ਰਹਿਣਗੇ ਜਾਂ ਫਿਰ ਪਹਿਲਾਂ ਉਹ ਆਪਣਾ ਘਰ ਪਰਿਵਾਰ ਦੇਖਣਗੇ। ਕੋਈ ਅੰਦਰਲੀ ਗੱਲ ਜਿਹੜੀ ਤੁਹਾਨੂੰ ਪਤਾ ਹੋਵੇ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਨਵਦੀਪ ਨਵਜੋਤ ਸਿੱਧੂ ਬਾਰੇ ਗੱਲ ਕਰਦਾ ਉਹ ਤੋਂ ਪਹਿਲਾਂ ਮੇਰੇ ਦਿਮਾਗ ਜਿੱਦਾਂ ਗੱਲ ਕਹਿ ਰਹੇ ਹੋ ਸਿੱਖਿਆ ਬਾਰੇ ਜ਼ਰੂਰ ਇੱਕ ਗੱਲ ਹੋਰ ਅਟਕੀ ਵੀ ਹੈ। ਉਹ ਇਹ ਹੈ ਕਿ ਦੇਖੋ, ਜਦੋਂ ਆਪਾਂ ਸਿੱਖਿਆ ਖੇਤਰ ਦੀ ਗੱਲ ਕਰ ਰਹੇ ਜਿੱਦਾਂ ਸਵਾਲ ਤੁਸੀਂ ਲਿਆ ਹੈਗਾ, ਹੁਣ ਪਿਛਲੇ ਦਿਨਾਂ ਜਿਹੜੀ ਕੇਂਦਰ ਦੀ ਸੰਸਥਾ ਹੈਗੀ ਜਿਹੜੀ ਸਿਲੇਬਸ ਤੈਅ ਕਰਦੀ ਹੈ ਕਿ ਬੱਚਿਆਂ ਲਈ ਕੀ ਸਿਸਟਮ ਹੋਣਾ ਚਾਹੀਦਾ, ਕੀ ਸਿਲੇਬਸ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ, ਹੁਣ ਉਹਨਾਂ ਦੇ ਪਾਠਕ੍ਰਮ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਸੀਰੀਅਸ ਆਬਜੈਕਸ਼ਨ ਇਸ ਗੱਲ ਤੇ ਉਠਾਇਆ ਗਿਆ ਹੈ ਕਿ ਅਨੰਦਪੁਰ ਸਾਹਿਬ ਦਾ ਮਤਾ ਉਸ ਪਾਠਕ੍ਰਮ ਦੇ ਵਿੱਚ ਸ਼ਾਮਲ ਹੈ ਔਰ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਕੋਈ ਵੱਖਵਾਦੀ ਜੇ ਅਨੰਦਪੁਰ ਸਾਹਿਬ ਦਾ ਮਤਾ, ਅਨੰਦਪੁਰ ਜਿੱਦਾਂ ਆਪਾਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ, ਅਨੰਦਪੁਰ ਸਾਹਿਬ ਤਾਂ ਹੁਣ ਖਾਲਸੇ ਦੀ ਜਨਮ ਭੂਮੀ ਹੈ। ਜੇ ਉੱਥੋਂ ਅਨੰਦਪੁਰ ਸਾਹਿਬ ਦਾ ਮਤਾ ਵੱਖਵਾਦ ਦੀ ਗੱਲ ਕੋਈ ਕਰੇਗਾ ਤਾਂ ਸਿੱਧੇ ਤੌਰ 'ਤੇ ਸਿੱਖ ਭਾਈਚਾਰੇ ਨਾਲ ਵੀ ਜਾ ਕੇ ਗੱਲ ਜੁੜਦੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਤਾਂ ਬੜੀ ਗੰਭੀਰਤਾ ਨਾਲ ਲਿਆ ਕਿ ਤੁਸੀਂ ਸਾਡਾ ਅਕਸ ਵਿਗਾੜ ਕੇ ਕਿਉਂ ਪੇਸ਼ ਕਰਦੇ ਹੋ। ਅਨੰਦਪੁਰ ਸਾਹਿਬ ਦਾ ਮਤਾ ਤਾਂ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ, ਵੱਧ ਅਧਿਕਾਰਾਂ ਬਾਰੇ ਤੁਸੀਂ ਦੇਸ਼ ਦੇ ਲੋਕਾਂ ਨੂੰ ਦੱਸੋ ਕੀ ਹੁੰਦੇ ਹੈ, ਕੀ ਅਨੰਦਪੁਰ ਸਾਹਿਬ ਦੇ ਮਤੇ 'ਚ ਹੈਗਾ। ਪਰ ਜਦੋਂ ਤੁਸੀਂ ਵੱਖਵਾਦੀ ਤੌਰ ਤੇ ਪੇਸ਼ ਕਰੋਗੇ ਤਾਂ ਬਹੁਤ ਆਬਜੈਕਸ਼ਨ ਨੇ ਲਾਇਆ ਕਿ ਤੁਸੀਂ ਇੱਕ ਸਿੱਖ ਭਾਈਚਾਰੇ ਬਾਰੇ ਬਹੁਤ ਗਲਤ ਇਮੇਜ। ਸੋ ਸਿੱਖਿਆ ਨੀਤੀ ਜਿਹੜੀ ਹੈ ਨਵਦੀਪ, ਜੇ ਤੁਸੀਂ ਇਹਨੂੰ
ਪੋਲੀਟੀਕਲ ਟੂਲ ਦੇ ਤੌਰ ਤੇ ਇਸਤੇਮਾਲ ਕਰੋਗੇ ਨਾ, ਜਿਵੇਂ ਪਿਛਲੇ ਦਿਨਾਂ 'ਚ ਆ ਰਿਹਾ ਸੀ ਕਿ ਮਹਾਤਮਾ ਗਾਂਧੀ ਨਾਲ ਸੰਬੰਧਿਤ ਕੁਝ ਜਿਹੜੇ ਚੈਪਟਰ ਸੀਗੇ ਉਹ ਕੱਢ ਦਿੱਤੇ ਗਏ ਔਰ ਉਹਦੀ ਥਾਂ ਤੇ ਕੁਝ ਨਵਾਂ ਐਡ ਕਰ ਦਿੱਤਾ ਗਿਆ। ਸੋ ਜਿਹੜੀਆਂ ਸਾਡੇ ਦੇਸ਼ ਦੀਆਂ ਸਰਕਾਰਾਂ ਹੈਗੀਆਂ ਘੱਟੋ ਘੱਟ ਉਹਨਾਂ ਨੂੰ ਇਹੋ ਜਿਹੀਆਂ ਖਤਰਨਾਕ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਕਿ ਜੋ ਕੁਝ ਬੱਚਿਆਂ ਨੇ ਪੜ੍ਹਨਾ ਆਪਣੇ ਪਾਠਕ੍ਰਮ ਦੇ ਵਿੱਚ ਤੁਸੀਂ ਉਹਨਾਂ ਸਾਹਮਣੇ ਆਪਣੀ ਪੋਲੀਟਿਕਸ ਮੁਤਾਬਕ ਤਰੋੜ ਮਰੋੜ ਕੇ ਪੇਸ਼ ਕਰੋ। ਹੁਣ ਗੱਲ ਤੁਸੀਂ ਨਵਜੋਤ ਸਿੱਧੂ ਦੇ ਸਵਾਲ ਦੀ ਗੱਲ ਕਰਦੇ, ਦੇਖੋ ਨਵਜੋਤ ਸਿੱਧੂ ਹੁਣੀ ਅਜੇ ਆਈ ਹੈ, ਹੌਲੀ ਹੌਲੀ ਆਪਣੇ ਪੱਤੇ ਖੋਲ ਰਹੇ ਹੈ, ਕੇਂਦਰ 'ਚ ਜਾ ਕੇ ਮਿਲੇ ਹੈ, ਰਾਹੁਲ ਗਾਂਧੀ ਨੂੰ ਮਿਲੇ ਹੈ, ਪ੍ਰਿयंका ਗਾਂਧੀ ਨੂੰ ਮਿਲੇ ਹੈ, ਕਾਂਗਰਸ ਪ੍ਰਧਾਨ ਖੜਗੇ ਨੂੰ ਮਿਲੇ ਹੈ ਤੇ ਹੋਰ ਵੀ ਆਪਣਾ ਆਗੂਆਂ ਨਾਲ ਮੁਲਾਕਾਤ ਕਰ ਰਹੇ ਆ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਅਜੇ ਦੇਖਦੇ ਆ ਕਿ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਕਿਸ ਕਦਰ ਕਿਸ ਪਾਸੇ ਨੂੰ ਲੈ ਕੇ ਜਾਂਦੇ ਆ ਗੱਲ ਨੂੰ। ਪਰ ਇਹ ਜ਼ਰੂਰ ਹੈ ਕਿ ਨਵਜੋਤ ਸਿੱਧੂ ਦੇ ਆਉਣ ਨਾਲ ਪੰਜਾਬ ਦੀ ਰਾਜਨੀਤੀ 'ਚ ਇੱਕ ਹਲਚਲ ਜ਼ਰੂਰ ਨਵੀਂ ਜਿਹੜੀ ਹੈਗੀ ਹੈ ਆਈ ਹੈ। ਜੀ ਬਿਲਕੁਲ, ਤਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਦਰਸ਼ਕਾਂ ਦੇ ਨਾਲ ਕਰਨੀਆਂ ਬਣਦੀਆਂ ਨੇ, ਰਾਜਨੀਤੀ ਨੂੰ ਲੈ ਕੇ ਵੀ ਹੋਵੇ, ਭਾਵੇਂ ਧਾਰਮਿਕ ਮਾਮਲਿਆਂ ਨੂੰ ਹੋਵੇ, ਭਾਵੇਂ ਫਸਲੀ ਗੱਲਾਂ ਨੂੰ ਲੈ ਕੇ ਗੱਲਬਾਤ ਹੋਵੇ। ਪਰ ਕਈ ਵਾਰ ਇਹ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਜਦੋਂ ਗੱਲ ਕਰਦੇ ਆ, ਜਦੋਂ ਜ਼ਿਕਰ ਕਰਦੇ ਆ, ਤਾਂ ਕਈ ਦਰਸ਼ਕ ਅਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਸਰਕਾਰ ਆਈ ਨੂੰ ਤਾਂ ਜੀ ਹਲੇ 1 ਸਾਲ ਹੋਇਆ, ਤੁਸੀਂ ਨੁਕਤਾਚੀਨੀ ਕਿਉਂ ਕਰਦੇ ਹੋ? ਜੇ ਅਸੀਂ ਸਰਕਾਰ ਦੀ ਨੁਕਤਾਚੀਨੀ ਕਰਦੇ ਆ ਤਾਂ ਜਾਂਦੇ ਜਾਂਦੇ ਅਸੀਂ ਖੁਸ਼ਖਬਰੀ ਹੈ ਜਿਹੜੀ ਉਹ ਵੀ ਸਾਂਝੀ ਕਰਨਾ ਚਾਹਾਂਗੇ ਕਿ 10 ਵਰ੍ਹਿਆਂ ਮਗਰੋਂ ਪਾਵਰਕੌਮ ਨੂੰ ਸਬਸਿਡੀ ਦਾ ਪੂਰਾ ਭੁਗਤਾਨ ਮਿਲਿਆ ਤੇ ਫ੍ਰੀ ਦੇ ਵਿੱਚ ਜਿਹੜੀ ਸਬਸਿਡੀ ਸਭ ਨੂੰ ਜੋ ਦਿੱਤੀ ਜਾ ਰਹੀ ਸੀਗੀ ਉਸ ਦਾ ਭੁਗਤਾਨ ਫਿਲਹਾਲ ਕਰ ਦਿੱਤਾ ਗਿਆ, ਜਿਸ ਦੇ ਨਾਲ ਬਿਜਲੀ ਮਹਿਕਮਾ ਤਾਂ ਜ਼ਰੂਰ ਖੁਸ਼ ਨਜ਼ਰ ਆ ਰਿਹਾ। ਜਾਂਦੇ ਜਾਂਦੇ ਤੁਸੀਂ ਇਸ ਖਬਰ ਦਾ ਵੀ ਜ਼ਿਕਰ ਜਿਹੜੇ ਦਰਸ਼ਕਾਂ ਦੇ ਨਾਲ ਬਿਲਕੁਲ, ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਤੇ ਜਿਹੜੇ ਦਰਸ਼ਕ ਸੁਣ ਰਹੇ ਉਹਨਾਂ ਨੂੰ ਵੀ ਐਂ ਨਹੀਂ ਲੱਗਦਾ ਵੀ ਘਰਾਂ 'ਚ ਚਾਨਣ ਜਾਂ ਕੋਈ ਜ਼ਿਆਦਾ ਹੀ ਹੋ ਗਿਆ, ਕਿਉਂਕਿ ਹੁਣ ਚਾਨਣ ਤੋਂ ਭਾਵ ਕਿ ਉਹਨਾਂ ਦੇ ਬਲਬ ਹੁਣ ਬੁਝਣਗੇ ਨਹੀਂ। ਪਾਵਰਕੌਮ ਕੋਲੇ ਇੰਨਾ ਕੁ ਪੈਸਾ ਆ ਗਿਆ ਕਿ ਸਿਸਟਮ ਠੀਕ ਢੰਗ ਨਾਲ ਚੱਲੇਗਾ। ਇੱਕ ਗੱਲ ਇਹਦੇ ਨਾਲ ਹੋਰ ਵੀ ਨਵਦੀਪ ਇਹ ਹੈ ਕਿ ਅਕਸਰ ਜਿਹੜੀਆਂ ਕੁਝ ਫਾਰਮਰ ਵਿਰੋਧੀ ਤਾਕਤਾਂ ਹੈਗੀਆਂ ਉਹ ਕਹਿੰਦੀਆਂ ਸੀ ਜੀ ਦੇਖੋ ਜੀ ਕਿਸਾਨਾਂ ਨੂੰ ਤੁਸੀਂ ਸਬਸਿਡੀ ਦਿੰਦੇ ਹੋ, ਬੜਾ ਵੱਡਾ ਬੋਝ ਹੈ, ਪੱਠਾ ਬੈਠ ਜਾਏਗਾ। ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਆ ਰਿਹਾ ਸੀ ਕਿ ਜਿਹੜੀ ਪਾਵਰਕੌਮ ਹੈ ਇਹ ਦਿਵਾਲੀਆ ਹੋ ਗਈ ਹੈ, ਇਹ ਕੰਪਨੀ ਦਿਵਾਲੀਆ ਹੋ ਗਈ ਹੈ, ਜਿਹੜਾ ਕਿੱਦਾਂ ਪੈਸੇ ਆਉਣਗੇ, ਕਿੱਦਾਂ ਜਿਹੜਾ ਬਿਜਲੀ ਪ੍ਰੋਡਕਸ਼ਨ ਜਿਹੜੀ ਹੈਗੀ ਜੇ ਦੂਜੇ ਸੂਬਿਆਂ ਤੋਂ ਬਿਜਲੀ ਲੈਣੀ ਪੈਂਦੀ ਹੈ, ਪੈਸਾ ਹੈ ਨਹੀਂ, ਕਿਵੇਂ ਲਾਉਂਗੇ? ਘੱਟੋ ਘੱਟ ਆਮ ਆਦਮੀ ਪਾਰਟੀ ਨੇ ਇਹ ਗੱਲ ਤਾਂ ਕੀਤੀ ਹੈ ਨਾ ਕਿ ਉਹ ਸਾਰੇ ਸੰਕਟ ਚੋਂ ਇਸ ਇਸ਼ੂ ਤੇ ਕੱਢ ਕੇ ਬਾਹਰ ਲਿਆਂਦਾ। ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਇਸ ਮੁੱਦੇ ਤੇ ਗੱਲ ਕਰ ਰਹੇ ਸੀ, ਆਪਣੇ 1 ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਕਿੱਦਾਂ ਵੱਖ-ਵੱਖ ਸੋਰਸਿਸ ਦੇ ਚੋਂ ਵਾਧੇ ਦੀ ਗੱਲ ਕਰ ਰਹੇ ਸੀ, GST ਦੀ ਗੱਲ ਕਰ ਲੈਣ, ਮਾਲੀਏ ਦੀ ਗੱਲ ਕਰ ਲੈਣ, ਦੂਜੇ ਸਾਧਨਾਂ ਦੀ ਗੱਲ ਕਰ ਲੈਣ। ਇਹਦੇ 'ਚ ਕੋਈ ਦੋ ਰਾਹ ਨਹੀਂ ਕਿ ਜਦੋਂ ਮਾਲੀਆ ਵੱਧਦਾ ਹੈ ਤਾਂ ਸਰਕਾਰ ਦੀ ਦਾਅਵੇਦਾਰੀ ਬਣਦੀ ਹੈ, ਕਿਉਂਕਿ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਾਡੇ ਕੋਲੇ ਇੱਕ ਪਲਾਨ ਹੈਗੀ ਹੈ, ਸਿਸਟਮ ਹੈਗਾ ਕਿ ਆਪਣੇ ਸੋਰਸਿਸ ਮੋਬਿਲਾਈਜ਼ ਕਰਕੇ ਅਸੀਂ ਜਿਹੜਾ ਹੈਗਾ ਅਸੀਂ ਟੈਕਸ ਚੋਰੀ ਰੋਕਾਂਗੇ, ਨਵੇਂ ਸਾਧਨ ਜਿਹੜੇ ਹੈਗੇ ਉਹ ਪੈਦਾ ਕਰਾਂਗੇ, ਤਾਂ ਪੰਜਾਬ ਨੂੰ ਜਿਹੜਾ ਹੈਗਾ ਕਰਜ਼ਾ ਤੇ ਜਿਹੜਾ ਆਰਥਿਕ ਸੰਕਟ ਹੈ ਉਹਦੇ ਚੋਂ ਬਾਹਰ ਲਿਆਵਾਂਗੇ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪੰਜਾਬ ਆਰਥਿਕ ਸੰਕਟ ਚੋਂ ਬਾਹਰ ਆ ਗਿਆ, ਕਮ ਸੇ ਕਮ ਇਹ ਹੈ ਕਿ ਉਸ ਪਾਸੇ ਵੱਲ ਨੂੰ, ਕਿਉਂਕਿ ਪਹਿਲਾਂ ਪਿਛਲੇ ਦਿਨਾਂ 'ਚ ਲਗਾਤਾਰ ਹੀ ਇਹ ਆਉਂਦਾ ਰਿਹਾ ਕਿ ਜੀ ਦੇਖੋ ਇਹਨਾਂ ਨੇ ਹੋਰ ਨਵੀਆਂ ਸਕੀਮਾਂ ਲਿਆਉਣ ਦੇ ਲਈ ਇੰਨਾ ਕਰਜ਼ਾ ਹੋਰ ਚੁੱਕ ਲਿਆ, ਪਹਿਲਾਂ ਹੀ ਪੰਜਾਬ ਕਰਜ਼ੇ ਦੀ ਪੰਡ ਹੇਠਾਂ ਬਹੁਤ ਭਾਰੀ ਦਬ ਚੁੱਕਾ ਹੈ, ਨਵਾਂ ਕਰਜ਼ਾ ਆ ਗਿਆ। ਹੁਣ ਜਦੋਂ ਪੰਜਾਬ ਦੀ ਆਰਥਿਕ ਹਾਲਤ, ਮਾਲੀਆ ਹਾਲਤ ਸੁਧਰਨ ਦੀਆਂ ਖਬਰਾਂ ਹੋਰ ਕਿਸੇ ਵੱਲੋਂ ਨਹੀਂ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਜਾ ਰਹੀਆਂ ਹੁਣ, ਤਾਂ ਨਿਸ਼ਚਿਤ ਤੌਰ ਤੇ ਚੰਗੀ ਖਬਰ ਹੈ, ਚੰਗੀ ਜਾਣਕਾਰੀ ਹੈ। ਜੇ ਆਉਣ ਵਾਲੇ ਦਿਨਾਂ 'ਚ ਇਹੋ ਜਿਹੀ ਗੱਲ ਹੋਏਗੀ ਤਾਂ ਇਕੱਲਾ ਜਿਹੜਾ ਬਿਜਲੀ ਖੇਤਰ ਦੇ ਬਲ ਵੀ ਨਹੀਂ ਜਗਣਗੇ, ਮੁਲਾਜ਼ਮਾਂ ਦੇ ਚਿਹਰਿਆਂ ਤੇ ਵੀ ਰੌਣਕ ਆਏਗੀ, ਦੂਜੇ ਵਰਗਾਂ ਦੇ ਚਿਹਰਿਆਂ ਤੇ ਵੀ ਰੌਣਕ ਆਏਗੀ। ਔਰ ਖਾਸ ਤੌਰ ਜਿਹੜਾ ਆਪਾਂ ਕਈ ਵਾਰੀ ਜ਼ਿਕਰ ਕਰਦੇ ਹਾਂ, ਇਹ ਗੱਲ ਸੁਣ ਕੇ ਕਮ ਸੇ ਕਮ ਨਦੀ ਪੰਜਾਬ ਦੀਆਂ ਔਰਤਾਂ ਜ਼ਰੂਰ ਖੁਸ਼ ਹੋਣਗੀਆਂ ਜਿਹੜੀਆਂ 1000 ਰੁਪਏ ਦੀ ਇੰਨੇ ਲੰਬੇ ਦਿਨਾਂ ਤੋਂ ਉਡੀਕ ਕਰ ਰਹੀਆਂ ਕੇਜਰੀਵਾਲ ਦੀਆਂ। ਕੋਈ ਕਹਿੰਦਾ ਸੀ ਕੋਈ ਮੇਰੀ ਭੈਣ ਹੈ, ਕੋਈ ਕਹਿੰਦਾ ਸੀ ਮੇਰੀ ਮਾਤਾ ਹੈ, ਕੋਈ ਕਹਿੰਦਾ ਧੀ ਹੈ। ਕੇਜਰੀਵਾਲ ਦੀਆਂ ਸਾਰੀਆਂ ਮਾਤਾਵਾਂ, ਸਾਰੀਆਂ ਧੀਆਂ, ਸਾਰੀਆਂ ਭੈਣਾਂ ਉਹ ਜ਼ਰੂਰ ਖੁਸ਼ ਹੋਣੀਆਂ। ਕਮ ਸੇ ਕਮ 1000 ਰੁਪਇਆ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਜੇਬ 'ਚ ਵੀ ਆਉਣ ਵਾਲਾ ਹੀ ਹੈ। ਜੀ ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਕਰਦੇ ਹੋ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇਸ ਪ੍ਰੋਗਰਾਮ ਨੂੰ ਵੇਖਦੇ ਹੋ। YouTube ਤੇ Facebook ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਸਾਡੇ ਤੱਕ ਪਹੁੰਚਦੇ ਨੇ, ਕੋਸ਼ਿਸ਼ ਕਰਦੇ ਹੁੰਦੇ ਹਾਂ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੀ ਜਾਣ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।